ਸਤਨਾਮ ਵਾਹਿਗੁਰੂ ਸਾਹਿਬ ਜੀ। ਸੁਣ ਮਨ ਮਿੱਤਰ ਪਿਆਰਿਆ, ਮਿਲ ਵੇਲਾ ਹੈ ਇਹ, ਜਬ ਲਗ ਜੋਬਨ ਸਾਸ ਹੈ, ਤਬ ਲਗ ਇਹ ਤਨ ਦੇ, ਬਿਨ ਗੁਣ ਕਾਮ ਨ ਆਵਈ, ਬਿਨ ਗੁਣ ਕਾਮ ਨ ਆਵਈ। ਕਹਿ ਟੇਰੀ ਤਨ ਖੇਹ ਮੇਰੇ ਮਨ, ਲੈ ਲਾਹਾ ਕਰ ਜਾਹੇ, ਗੁਰਮੁਖ ਨਾਮ ਸਲਾਹੀਐ, ਹਉ ਮੈਂ ਨਿਵਰੀ ਪਾਹੇ। ਜੋਬਨ ਜਾਂਦੇ ਨਾ ਡਰਾਂ, ਦੇ ਸਹਿ ਪ੍ਰੀਤ ਨ ਜਾਏ। ਫਰੀਦਾ ਕੀਤੀ ਜੋਬਨ ਪ੍ਰੀਤ ਬਿਨਾ, ਸੁੱਕ ਗਏ ਕੁਮਲਾਏ। ਕਹਿ ਫਰੀਦ ਸਹੇਲੀ ਹੋ, ਸਹੋ ਅਲਾਏ ਸੀ। ਹੰਸ ਚਲਸੀ ਡੁੰਮਣਾ, ਐਹ ਤਨ ਟੇਰੀ ਥੀਸੀ। ਬੇਸੁਮਾਰ ਅਥਾਹ ਅਗਨਤ ਤੋਲੇ, ਜਿਉ ਬੁਲਾਵਹੁ ਤਿਉ ਨਾਨਕ ਦਾਸ ਬੋਲੇ। ਸਤਨਾਮ ਵਾਹਿਗੁਰੂ ਸਾਹਿਬ ਜੀ। ਫਰੀਦਾ ਜੰਗਲ ਜੰਗਲ ਕਿਆ ਭਵਹਿ, ਵਣ ਕੰਡਾ ਮੋੜੇ। ਵਸੀ ਰੱਬ ਹਿਆਲੀਐ, ਜੰਗਲ ਕਿਆ ਢੂੰਡੇ। ਫਰੀਦਾ ਇੰਨੀ ਨਿੱਕੀ ਜੰਗੀਐ, ਥਲ ਡੂੰਗਰ ਪਵਿਓ ਮਾਮ। ਅਜ ਫਰੀਦੈ ਕੂਜੜਾ, ਸਹਿ ਕੋ ਹਾਥੀਓ ਮਾਂ। ਫਰੀਦਾ ਰਾਤੀ ਵੱਡੀਆਂ, ਤੁਖ ਤੁਖ ਉਠਨ ਪਾਸ। ਤਿਗ ਤਿਨਾ ਦਾ ਜੀਵਿਆ, ਜਿਨਾ ਵਿਡਾਣੀ ਆਸ। ਫਰੀਦਾ ਜੇ ਮੈਂ ਹੁੰਦਾ ਵਾਰਿਆ, ਮਿਤਾ ਆਇੜਿਆਂ। ਹੇੜਾ ਜਲੈ ਮਜੀਠ, ਜੋ ਉੱਪਰ ਅੰਗਾਰਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਸਤਿਗੁਰੂ ਗੁਰੂ ਗਰੀਬ ਨਿਵਾਜ, ਕਿਰਪਾ ਨਿਧ ਦਇਆ ਨਿਧ,
ਕਰੁਣਾ ਨਿਧ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਨ ਦਇਆਲ ਪਾਤਸ਼ਾਹ। ਤਿਨਾਂ ਦੀ ਅਪਾਰ ਮਿਹਰਮਤ ਹੈ, ਅਥਾਹ ਬਖਸ਼ਿਸ਼ ਹੈ, ਜੋ ਸਤਿਗੁਰੂ ਸਾਹਿਬ ਜੀ ਨੇ ਸਾਨੂੰ ਸਭ ਨੂੰ ਆਪਣੀ ਮਿਹਰ ਭਰੀ ਨਦਰ ਕਰਕੇ ਆਪਣੀ ਪਾਵਨ ਪਵਿੱਤਰ ਮੁਬਾਰਕ ਚਰਨ ਸ਼ਰਨ ਹਜ਼ੂਰੀ ਦੇ ਅੰਤਰਗਤ ਸਤਸੰਗਤ ਰੂਪ ਵਿੱਚ ਜੁੜਨ ਦਾ, ਸਾਨੂੰ ਆਪਣੇ ਮਨੁੱਖਾ ਜੀਵਨ ਦੇ ਮਨੋਰਥ ਨੂੰ ਅਧਿਆਤਮਿਕ ਸਾਧਨਾ ਦੇ ਨਾਲ ਸਫਲ ਕਰਨ ਦਾ ਨਿਰਮੋਲਕ ਅਵਸਰ ਬਖਸ਼ਿਸ਼ ਕੀਤਾ ਹੈ ਜੀ। ਆਪ ਜੀ ਬੜੇ ਸੁਭਾਗਸ਼ਾਲੀ ਹੋ, ਬੜੇ ਉੱਤਮ ਕਰਮਸ਼ੀਲਤਾ ਵਾਲੇ ਕਰਮਯੋਗੀ ਹੋ, ਜੋ ਸਤਿਗੁਰੂ ਕੇ ਬਚਨਾਂ ਦੇ ਗਿਆਨਮਈ ਆਧਾਰ ਨੂੰ ਆਪਣੇ ਜੀਵਨ ਦੀ ਸਾਧਨਾ ਬਣਾ ਕੇ ਸਤਿਗੁਰੂ ਕੀ ਰਹਿਮਤ ਦੇ ਪਾਤਰ ਬਣਨ ਦਾ ਨਿਰਮਲ ਯਤਨ ਕਰ ਰਹੇ ਹੋ ਜੀ। ਸਤਿਗੁਰੂ ਕੀ ਅਪਾਰ ਕਿਰਪਾ ਸਦਕਾ ਭਗਤ ਸਿਰਮੌਰ ਗੰਜੇ ਸ਼ਕਰ ਬਾਬਾ ਸ਼ੇਖ ਫਰੀਦ ਸਾਹਿਬ ਜੀ, ਤਿਨਾਂ ਦੇ ਪਾਵਨ ਕਲਾਮ ਪਾਵਨ ਸ਼ਲੋਕਾਂ ਦੀ ਲੜੀਵਾਰ ਆਪ ਜੀ ਵਿਚਾਰ ਸ਼ਰਵਣ ਕਰ ਰਹੇ ਹੋ ਜੀ। ਗੁਰੂ ਕਿਰਪਾ ਸਦਕਾ ਪਾਵਨ ਬਾਣੀ ਦੀ ਲੜੀਵਾਰ ਵਿਚਾਰ ਦੇ ਨਾਲ ਜੁੜਨ ਦਾ, ਇਕਸੁਰ ਹੋਣ ਦਾ ਯਤਨ ਕਰੀਏ ਜੀ। ਵਿਚਾਰ ਪ੍ਰਾਰੰਭ ਕਰਨ ਤੋਂ ਪਹਿਲਾਂ ਬੜੇ ਅਦਬ ਸਹਿਤ ਉਚਾਰਨ ਕਰੋ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਫਰੀਦਾ ਜੰਗਲ ਜੰਗਲ ਕਿਆ ਪਵਹੇ, ਵਣ ਕੰਡਾ ਮੋੜੇ। ਬਾਬਾ ਫਰੀਦ ਸਾਹਿਬ ਜੀ ਅੱਜ ਦੇ ਸ਼ਲੋਕ ਦੁਆਰਾ ਸਾਨੂੰ ਅਧਿਆਤਮਿਕ ਮਾਰਗ 'ਤੇ ਚੱਲਦਿਆਂ ਜਿਹੜੀ ਬੰਦੇ ਨੂੰ ਦੁਬਿਧਾ ਗ੍ਰਸਤ ਕਰਦੀ ਹੈ, ਉਹਦੇ ਬਾਰੇ ਸੁਚੇਤ ਕਰਦਿਆਂ ਹੋਇਆਂ ਬਖਸ਼ਿਸ਼ ਕਰਦੇ ਹਨ ਕਿ ਮਨੁੱਖ ਦੀ ਸਮੱਸਿਆ ਮੂਲ ਇਹ ਹੈ ਕਿ ਮਨੁੱਖ ਦਾ ਜੀਵਨ ਗਿਆਨ ਸਹਿਤ ਸ਼ੁਭ ਕਰਮ ਨਾ ਕਰਨ ਕਰਕੇ ਹਿਰਦਾ ਜਿਹੜਾ ਹੈ ਅੰਤਰੀਵ ਅਵਸਥਾ ਹੋ ਗਈ ਹੈ, ਸ਼ੱਕਰ ਹੋਈ ਵਿਸ ਵਾਲੀ। ਜਿਹੜਾ ਸੁਭਾਅ ਹੈ ਉਹ ਹੋ ਗਿਆ ਹੈ ਦਿਲ ਰੱਤਾ ਇਸ ਦੁਨੀ ਸਿਉਂ ਵਾਲਾ। ਜਿਹੜਾ ਜੀਵਨ ਦੇ ਵਿੱਚ ਨੇਤਰ ਹਨ ਉਸ ਸੰਸਾਰ ਦੇ ਰੰਗ ਤਮਾਸ਼ਿਆਂ ਵੱਲ ਦੇਖਣ ਕਰਕੇ ਤਾਂ ਹੁਣ ਜੀਵਨ ਪ੍ਰਤੀਤ ਹੋ ਰਿਹਾ ਮਨੁੱਖ ਨੂੰ ਕਿ ਮਾਇਆ ਹੱਥੋਂ ਜੀਵਨ ਠੱਗਿਆ ਗਿਆ, ਜਾਂ ਸਾਰਾ ਜੀਵਨ ਕੇਵਲ ਮਾਇਆ ਦੀ ਭ੍ਰਾਮਕ ਸਥਿਤੀ ਦੇ ਵਿੱਚ ਗੁਜ਼ਰ ਗਿਆ ਹੈ, ਜਾਂ ਜਿਹੜਾ ਮਨ ਹੈ ਉਹ ਇਤਨੀ ਉਮਰ ਬੀਤਣ ਦੇ ਬਾਵਜੂਦ ਵੀ ਸਾਧਿਆ ਨਹੀਂ ਗਿਆ। ਇਸ ਤਰ੍ਹਾਂ ਦੀ ਸਥਿਤੀ ਵਾਲਾ ਬੰਦਾ ਜਦ ਅਧਿਆਤਮਿਕ ਮਾਰਗ ਦੀ ਤਰਫ ਚੱਲਦਾ ਹੈ ਤਾਂ ਸਮੱਸਿਆ ਉਹਦੀ ਕੀ ਹੈ ਕਿ ਉਹਦਾ ਮਨ ਜਿਹੜਾ ਵਿਕਾਰਾਂ ਦੇ ਅਧੀਨ ਹੈ, ਬੁੱਧੀ ਜਿਹੜੀ ਹੈ ਦੁਰਮਤ ਨੇ ਗ੍ਰਸੀ ਹੋਈ ਹੈ, ਉਹਦੇ ਅਧੀਨ ਹੈ ਉਹਦਾ ਮਨ, ਤੇ ਉਹਨੂੰ ਸਾਧਣਾ ਚਾਹੁੰਦਾ ਹੈ। ਪਰ ਇੱਥੇ ਵੀ ਦੁਬਿਧਾ ਗ੍ਰਸਤ ਹੋ ਜਾਂਦਾ ਕਿ ਸ਼ਾਇਦ ਉਸ ਮਨ ਦੀ ਸਾਧਨਾ ਇਸ ਸਾਰੇ ਕੁਝ ਨੂੰ ਤਿਆਗ ਕੇ, ਸਾਰੇ ਕੁਝ ਤੋਂ ਦੂਰੀ ਬਣਾ ਕੇ ਜੰਗਲ ਆਦਿਕ ਦੇ ਵਾਸ ਦੇ ਨਾਲ ਹੋ ਜਾਣੀ ਹੈ। ਤਾਂ ਬਾਬਾ ਫਰੀਦ ਸਾਹਿਬ ਜੀ ਆਖਦੇ ਹਨ ਕਿ ਜਿਹੜਾ ਵਿਗੜਿਆ ਹੋਇਆ ਨਫਸ ਹੈ ਇਹਦੀ ਸਾਧਨਾ ਕਿਸੇ ਹੋਰ ਢੰਗ ਦੇ ਨਾਲ ਨਹੀਂ, ਜਿਹੜਾ ਅਪਣਾਇਆ ਹੋਇਆ ਹੈ ਕਿ ਜੰਗਲ ਜੰਗਲ ਕਿਆ ਪਵਹੇ। ਸੁਣਿਆ ਕਿ ਜੰਗਲ ਵਿੱਚ ਜਾ ਕੇ ਸਾਧਨਾ ਕਰਨ ਲੱਗ ਪਵੋ, ਆਪਣੇ ਵਾਸਨਾ ਤੋਂ ਰਹਿਤ ਹੋ ਜਾਓਗੇ। ਤਾਂ ਬਾਬਾ ਫਰੀਦ ਸਾਹਿਬ ਜੀ ਕਹਿੰਦੇ ਵਣ ਕੰਡਾ ਮੋੜੇ। ਵੱਧ ਤੋਂ ਵੱਧ ਜੰਗਲ ਵਿੱਚ ਭਾਉਣ ਦੇ ਲਈ ਇੰਨਾ ਹੀ ਕਰ ਸਕਦਾ ਹੈ ਕਿ ਆਪਣੇ ਪੈਰਾਂ ਦੇ ਨਾਲ ਉੱਥੋਂ ਦੇ ਜੜੀਆਂ ਬੂਟੀਆਂ ਕੰਡਿਆਂ ਨੂੰ ਮਿੱਧਦਾ ਫਿਰੇ, ਜਦ ਕਿ ਅਸਲ ਬਾਤ ਕੀ ਹੈ, ਵਸੀ ਰੱਬ ਹੇਆਲੀ ਹੈ ਜੰਗਲ ਕਿਆ ਟੂੰਡੇ ਹੈ। ਕਿ ਜਿਸ ਅੱਲਾਹ ਤਾਲਾ ਦੀ ਖੁਦਾ ਦੀ ਖੋਜ ਜੰਗਲ ਵਿੱਚ ਕਰ ਰਿਹਾ, ਜਾਂ ਆਪਣੇ ਜੀਵਨ ਦਾ ਜੋ ਸ਼ੁੱਧ ਸਰੂਪ ਲੱਭਣ ਦੇ ਲਈ ਜੰਗਲ ਦੀ ਤਲਾਸ਼ ਕਰ ਰਿਹਾ, ਉਹ ਤੇਰੇ ਅੰਤਰੀਵ ਦੇ ਵਿੱਚ ਵਸਦਾ ਹੈ। ਇਹ ਜਿਹੜੀ ਸਮੱਸਿਆ ਹੈ ਅਧਿਆਤਮਿਕ ਜਗਤ ਦੀ ਕਿ ਬੰਦੇ ਨੂੰ ਲੱਗਣਾ ਕਿ ਜੰਗਲ ਵਿੱਚ ਉਹਦੀ ਪ੍ਰਾਪਤੀ ਹੈ, ਇਹ ਸਾਮੀ ਧਰਮਾਂ ਦੇ ਵਿੱਚ ਵੀ ਰਹੀ ਹੈ ਅਤੇ ਭਾਰਤੀ ਧਰਮਾਂ ਦੇ ਵਿੱਚ ਵੀ ਰਹੀ ਹੈ। ਇਹਨਾਂ ਧਰਮਾਂ ਦੇ ਵਿੱਚ ਵੀ ਜਿਵੇਂ ਸਾਡੇ ਇੱਧਰ ਯੋਗ ਮਤ ਰਿਹਾ, ਜਾਂ ਸਾਡੇ ਸਨਾਤਨ ਮਤ ਨੇ ਜਿਹੜੇ ਸਨ 2 ਆਸ਼ਰਮ ਬਣਾਏ, ਜਿਹਦੇ ਵਿੱਚ ਸੰਨਿਆਸ ਆਸ਼ਰਮ ਅਤੇ ਵਾਨਪ੍ਰਸਥ ਆਸ਼ਰਮ, ਕਿ ਜੀਵਨ ਦੇ ਲਾਸਟ ਵਾਲੇ 50 ਸਾਲ ਜਿਹੜੇ ਹਨ, ਸੰਨਿਆਸ ਦਾ ਭਾਵ ਕਿ ਜਿਵੇਂ 50 ਤੋਂ ਉੱਪਰਲੀ ਆ ਜੂ ਉਹ ਤਿਆਰੀ ਸ਼ੁਰੂ ਕਰਨ ਦੇ ਹੌਲੀ ਹੌਲੀ ਸੰਨਿਆਸੀ ਹੋਣ ਦੀ,
ਤੇ 75 ਸਾਲ ਦੀ ਉਮਰ ਵਿੱਚ ਬਿਲਕੁਲ ਪਦਾਰਥ ਸਭ ਕੁਝ ਤਿਆਗ ਕੇ ਜੰਗਲ ਦੇ ਵੱਲ ਚਲੇ ਜਾਓ। ਤੇ ਇਸੇ ਤਰ੍ਹਾਂ ਬਾਬਾ ਸਾਮੀ ਧਰਮਾਂ ਦੇ ਵਿੱਚ ਵੀ ਰਿਹਾ ਹੈ ਕਿ ਕੁਝ ਜਿਹੜੇ ਸਾਧਕ ਜਿਨ੍ਹਾਂ ਨੂੰ ਲੱਗਿਆ ਕਿ ਨਹੀਂ ਪਰਮੇਸ਼ਰ ਦੀ ਪ੍ਰਾਪਤੀ ਘਰ ਤੋਂ ਬਾਹਰ ਹੋ ਸਕਦੀ ਹੈ, ਤਾਂ ਬਾਬਾ ਫਰੀਦ ਸਾਹਿਬ ਜੀ ਆਖਦੇ ਜੰਗਲਾਂ ਦੇ ਵਿੱਚ ਪਾਉਣ ਦਾ ਕਾਰਨ ਵੱਧ ਤੋਂ ਵੱਧ ਇਹੀ ਹੋ ਸਕਦਾ ਹੈ ਕਿ ਬੰਦਾ ਉੱਥੇ ਕੰਡਿਆਂ ਨੂੰ ਮਿੱਧਦਾ ਫਿਰੇ, ਪਰ ਜਿਹੜੀ ਤਲਾਸ਼ ਕਰਨੀ ਹੈ ਉਹ ਇਹਦੇ ਅੰਤਰੀਵ ਵਿੱਚੋਂ ਹੋਣੀ ਹੈ। ਹੁਣ ਇਸ ਸ਼ਲੋਕ ਦੇ ਭਾਵ ਨੂੰ ਥੋੜ੍ਹਾ ਨੁਕਤਾ ਨਿਗਾਹ ਤੋਂ ਸਮਝਣ ਦਾ ਯਤਨ ਕਰੀਏ। ਮੂਲ ਰੂਪ ਦੇ ਵਿੱਚ ਸਾਨੂੰ ਜਿਹੜੀ ਸਾਡੇ ਜੀਵਨ ਦੀ ਅਵਸਥਾ ਮਿਲਦੀ ਹੈ, ਜਿਹੜੀ ਪਾਪ ਤੋਂ ਰਹਿਤ ਹੈ, ਕਪਟ ਤੋਂ ਰਹਿਤ ਹੈ, ਮਾਇਆ ਦੇ ਪ੍ਰਭਾਵ ਤੋਂ ਰਹਿਤ ਹੈ। ਜਦੋਂ ਉਸ ਅਵਸਥਾ ਨੂੰ ਮਲੀਨ ਕੀਤਾ ਹੈ ਉਦੋਂ ਪਰਿਵਾਰ 'ਚ ਰਹਿ ਕੇ ਕੀਤਾ ਹੈ। ਜਦੋਂ ਆਪਣੇ ਹਿਰਦੇ ਨੂੰ ਪਾਪ ਦੇ ਨਾਲ ਭਰਿਆ ਹੈ ਤੇ ਜੰਗਲ ਦੇ ਵਿੱਚ ਜਾ ਕੇ ਪਾਪ ਨਹੀਂ ਕੀਤਾ, ਪਾਪ ਕੀਤਾ ਹੈ ਆਪਣੇ ਘਰ ਦੇ ਵਿੱਚ ਬਹਿ ਕੇ, ਆਪਣੇ ਪਰਿਵਾਰ ਦੇ ਵਿੱਚ ਬਹਿ ਕੇ, ਆਪਣੇ ਸਮਾਜ ਦੇ ਵਿੱਚ ਰਹਿ ਕੇ। ਜਦੋਂ ਜੀਵਨ ਨੂੰ ਅਧਰਮ ਦੇ ਮਾਰਗ ਵੱਲ ਲਿਜਾਇਆ ਹੈ ਤਾਂ ਉਹ ਅਧਰਮ ਦੀਆਂ ਜਿੰਨੀਆਂ ਦਿਸ਼ਾਵਾਂ ਹਨ ਉਹ ਜੰਗਲ ਵਿੱਚ ਨਹੀਂ ਪਈਆਂ, ਉਹ ਮਨੁੱਖ ਦੇ ਸਮਾਜ ਵਿੱਚ ਹੀ ਪਈਆਂ ਹਨ, ਉਹਦੇ ਪਰਿਵਾਰ ਵਿੱਚ ਹੀ ਪਈਆਂ ਹਨ। ਜਦੋਂ ਮਨੁੱਖ ਨੇ ਮਾੜੇ ਕਰਮਾਂ ਦੀ ਲੜੀ ਨੂੰ ਸ਼ੁਰੂ ਕੀਤਾ, ਉਹਦੀ ਸਿੱਖਿਆ ਉਹਨੂੰ ਜੰਗਲ 'ਚੋਂ ਨਹੀਂ ਮਿਲੀ, ਉਹਦੀ ਸਿੱਖਿਆ ਉਹਨੂੰ ਆਲੇ ਦੁਆਲੇ 'ਚੋਂ ਮਿਲੀ ਹੈ, ਜਾਂ ਆਲੇ ਦੁਆਲੇ ਤੋਂ ਉਹਨੇ ਉਹਦੇ ਭਾਵ ਉਵੇਂ ਦੇ ਸਮਝ ਲਏ ਹਨ। ਇਸ ਕਰਕੇ ਸਮੱਸਿਆ ਬਾਬਾ ਫਰੀਦ ਸਾਹਿਬ ਜੀ ਨੇ ਬੜਾ ਕਮਾਲ ਦਾ ਜ਼ਿਕਰ ਕੀਤਾ। 2 ਵਾਰੀ ਜੰਗਲ ਸ਼ਬਦ ਦਾ ਮਤਲਬ ਇਹ ਹੈ, ਉਹਦਾ ਭਾਵ ਹੀ ਹੈ, ਇੱਕ ਤਾਂ ਹੁੰਦਾ ਕਿ ਚਲੋ ਕਿਸੇ ਗੱਲ ਨੂੰ ਜ਼ਿਆਦਾ ਸਪਸ਼ਟਤਾ ਦੇ ਨਾਲ ਦੁਹਰਾਉਣ ਦੇ ਲਈ ਕਹਿ ਦਿੰਦੇ ਹਾਂ, ਪਰ ਉਹਦਾ ਭਾਵ ਇੱਕ ਇਹ ਵੀ ਹੈ ਕਿ ਜਦੋਂ ਜੀਵਨ ਅਧਰਮ ਵੱਲ ਗਿਆ ਹੈ, ਮਨ ਨਫਸ ਦੇ ਅਧੀਨ ਹੋਇਆ ਹੈ, ਵਾਸਨਾਵਾਂ ਨੇ ਘਰ ਸਰੀਰ ਦੇ ਵਿੱਚ ਆਪਣਾ ਜੀਵਨ ਦੇ ਵਿੱਚ ਇੱਕ ਥਾਂ ਬਣਾ ਲਿਆ ਹੈ, ਇਹ ਸਾਰਾ ਕੁਝ ਜੰਗਲ 'ਚ ਨਹੀਂ ਬਣਿਆ। ਜੰਗਲ 'ਚ ਵੱਧ ਤੋਂ ਵੱਧ ਹਿੰਸਾ ਬਣ ਸਕਦੀ ਹੈ। ਹਿੰਸਾ ਕੀ, ਜਿਵੇਂ ਮਤਲਬ ਕੋਈ ਬੰਦਾ ਜੰਗਲ 'ਚ ਰਹਿ ਰਿਹਾ ਹੋਵੇ, ਹੁਣ ਉੱਥੇ ਕੁਦਰਤੀ ਹਿੰਸਕ ਜਾਨਵਰ ਹੁੰਦੇ ਨੇ, ਹਿੰਸਕ ਜਾਨਵਰਾਂ ਦੇ ਨਾਲ ਮੁਕਾਬਲਾ ਕਰਨਾ ਹੈ ਤੇ ਵੱਧ ਤੋਂ ਵੱਧ ਹਿੰਸਾ ਵਾਲਾ ਸੁਭਾਅ ਹੋ ਸਕਦਾ ਹੈ। ਜਾਂ ਥੋੜ੍ਹਾ ਜੰਗਲ ਦੇ ਵਿੱਚ ਜਦੋਂ ਪਦਾਰਥ ਆਦਿ ਖਾਣ ਨੂੰ ਖੁੱਲ੍ਹੇ ਮਿਲ ਜਾਣ ਤੇ ਪਦਾਰਥਾਂ ਦਾ ਲੋਭੀ ਹੋ ਸਕਦਾ ਹੈ। ਇਸਤਰੀ ਉੱਥੇ ਨਹੀਂ ਮਿਲੀ, ਪਰਿਵਾਰ ਉੱਥੇ ਨਹੀਂ ਮਿਲਿਆ, ਪਦਾਰਥ ਉੱਥੇ ਨਹੀਂ ਮਿਲਿਆ, ਤੇ ਫਿਰ ਜਦੋਂ ਮਨੁੱਖ ਨੂੰ ਮੈਲਾ ਕੀਤਾ ਉਦੋਂ ਤਾਂ ਜੰਗਲ ਨੇ ਕੀਤਾ ਨਹੀਂ, ਤੇ ਜਦੋਂ ਮੈਲੇ ਹੋਣ ਤੋਂ ਬਾਅਦ ਸ਼ਵੱਛ ਹੋਣਾ ਹੈ ਕਿ ਮਨ ਵਾਸਨਾ ਤੋਂ ਰਹਿਤ ਹੋ ਜਾਏ, ਉਦੋਂ ਜੰਗਲ ਦਾ ਸਹਾਰਾ ਲੈ ਲੈਣਾ। ਬਾਬਾ ਫਰੀਦ ਸਾਹਿਬ ਜੀ ਕਹਿੰਦੇ ਕਿਆ ਦੁਬਿਧਾ ਹੈ ਜ਼ਿੰਦਗੀ ਦੇ ਵਿੱਚ, ਕਿ ਜਿੱਥੇ ਮਲੀਨ ਹੋਇਆ ਹੈ ਉੱਥੇ ਹੀ ਸੰਭਾਵਨਾ ਹੈ ਕਿ ਤੇਰੇ ਉੱਥੇ ਹੀ ਸੰਭਾਵਨਾ ਪਈ ਹੈ, ਪਰ ਉਹਨੂੰ ਉਲਟ ਜਗ੍ਹਾ ਲਿਜਾ ਰਿਹਾ ਹੈ। ਇਸ ਕਰਕੇ ਤੈਨੂੰ ਵਾਚਣਾ ਚਾਹੀਦਾ। ਤਾਂ ਬਾਬਾ ਫਰੀਦ ਸਾਹਿਬ ਜੀ ਆਖਦੇ ਜੰਗਲ ਜੰਗਲ ਕਿਆ ਭਵੇ, ਵਣ ਕੰਡਾ ਮੋੜ। ਇਹ ਇੱਕ ਸੁੰਦਰ ਪ੍ਰਮਾਣ ਆਪਦੇ ਸਨਮੁਖ ਰੱਖਦਿਆਂ ਕਿਸੇ ਰੱਬੀ ਸਾਧਕ ਨੂੰ ਕਿਸੇ ਨੇ ਕਿਹਾ ਕਿ ਮੈਂ ਅੱਲਾਹ ਤਾਲਾ ਦੇ ਮਾਰਗ 'ਤੇ ਚੱਲਣਾ, ਉਹਦੀ ਪ੍ਰਾਪਤੀ ਕਰਨੀ ਹੈ, ਕੋਈ ਢੰਗ ਦੱਸ। ਉਹ ਕਹਿੰਦਾ ਜੰਗਲ ਵਿੱਚ ਚਲਿਆ ਜਾ। ਉਹ ਜੰਗਲ ਵਿੱਚ ਚਲਿਆ ਗਿਆ, ਕਈ ਸਾਲਾਂ ਬਾਅਦ ਮਿਲਿਆ, ਕਹਿਣ ਲੱਗਾ ਮੈਨੂੰ ਪ੍ਰਾਪਤੀ ਤਾਂ ਹੋਈ ਨਹੀਂ। ਕਹਿਣ ਲੱਗਾ ਮੈਂ ਤੈਨੂੰ ਕਿਹਾ ਸੀ ਜੰਗਲ ਵਿੱਚ ਚਲਿਆ ਜਾ। ਕਹਿੰਦਾ ਕਿ ਮੈਂ ਜੰਗਲ ਵਿੱਚ ਹੀ ਗਿਆ ਸਾਂ, ਤੁਹਾਡੇ ਕਹੇ ਅਨੁਸਾਰ ਬੜਾ ਸੰਘਣਾ ਜੰਗਲ ਸੀ, ਉੱਥੇ ਕੋਈ ਮਨੁੱਖ ਨਜ਼ਰ ਨਹੀਂ ਆਉਂਦਾ, ਜੇਤੀ ਕੀਤਿਆਂ ਜਾਨਵਰ ਵੀ ਨਹੀਂ ਸੀ ਨਜ਼ਰ ਆਉਂਦੇ। ਕਹਿਣ ਲੱਗਾ ਨਹੀਂ ਮੈਂ ਤੈਨੂੰ ਕਿਹਾ ਸੀ ਜੰਗਲ ਵਿੱਚ ਜਾ, ਤੂੰ ਸ਼ਾਇਦ ਜੰਗਲ ਵਿੱਚ ਨਹੀਂ ਗਿਆ। ਤਾਂ ਉਹ ਕਹਿਣ ਲੱਗਾ ਕਿ ਫਿਰ ਤੁਹਾਡੇ ਕਹਿਣ 'ਚ ਮੇਰੇ ਸਮਝਣ 'ਚ ਕੋਈ ਅੰਤਰ ਹੋ ਸਕਦਾ ਹੈ। ਕਹਿੰਦਾ ਜੰਗਲ ਦਾ ਮਤਲਬ ਹੈ ਜੇ ਤੈਨੂੰ ਉੱਥੇ ਮਨੁੱਖ ਨਹੀਂ ਯਾਦ ਆਇਆ, ਮਨੁੱਖ ਨਹੀਂ ਨਜ਼ਰ ਆਇਆ, ਪਸ਼ੂ ਨਹੀਂ ਨਜ਼ਰ ਆਇਆ, ਆਪਣੇ ਮਨ ਦੀ ਉਸ ਹਾਲਤ ਵਿੱਚ ਜਾ ਜਿੱਥੇ ਜੰਗਲ ਵਾਲੀ ਵੀਰਾਨਗੀ ਹੈ। ਬਾਣੀ ਵਿੱਚ ਵਾਕ ਆਉਂਦਾ ਨਾ, ਮਹਾਂ ਭਿਆਨ ਉਦਿਆਨ ਨਗਰ ਕਰ, ਮਾਨਿਆ ਝੂਠ ਸਮਗਰੀ ਪੇਖ ਸੱਚ ਕਰ, ਜਾਣਿਆ ਬਿਨ ਪੂਰੇ ਗੁਰਦੇਵ ਫਿਰੇ ਸ਼ੈਤਾਨਿਆ। ਆ ਸਾਰਾ ਸਮਾਜ ਪਰਿਵਾਰ ਆਲਾ ਦੁਆਲਾ ਇਹ ਸਾਨੂੰ ਲੱਗਦਾ ਬੜੀ ਰੌਣਕ ਹੈ, ਪਰ ਇਹ ਸਾਰੇ ਕਾਲ ਚੱਕਰ ਹੇਠ ਚੱਲ ਰਹੇ ਹਨ, ਕੂੜ ਦੇ ਸਿਲਸਿਲੇ ਹਨ, ਸੰਬੰਧਾਂ ਦੇ ਮੋਹਾਂ ਦੇ ਵਿਕਾਰਾਂ ਕਰਕੇ। ਪਰ ਅਸੀਂ ਨਗਰ ਕਰਕੇ ਮੰਨ ਲਿਆ। ਪਤਾ ਹੈ ਕਿ ਹੌਲੀ ਹੌਲੀ ਇੱਥੇ ਵੀਰਾਨਗੀ ਹੋਣੀ ਹੈ, ਮਨੁੱਖ ਵੀ ਜਾਣਗੇ, ਇੱਥੇ ਰਹਿਣ ਵਾਲੇ ਪਸ਼ੂ ਵੀ ਚੱਲਣਗੇ, ਪ੍ਰਕਿਰਤੀ ਦਾ ਵੀ ਰੂਪ ਬਦਲੇਗਾ, ਪਰ ਅਸੀਂ ਇਹਨੂੰ ਨਗਰ ਮੰਨ ਕੇ ਬੈਠੇ ਹੋਏ ਹਾਂ। ਤਾਂ ਉਹ ਸੂਫੀ ਫਕੀਰ ਕਹਿਣ ਲੱਗਾ ਕਿ ਮੈਂ ਤੈਨੂੰ ਮਨ ਦੀ ਉਸ ਵੀਰਾਨਗੀ ਦੇ ਵਿੱਚ ਜਿੱਥੇ ਪਸ਼ੂਆਂ ਵਰਗੇ ਆਪ ਹੁਦਰੇ ਫੁਰਨੇ ਨਹੀਂ ਹਨ, ਜਿੱਥੇ ਸੰਬੰਧੀਆਂ ਵਾਂਗ ਜਿਹੜਾ ਹੈ ਮੋਹ ਦੀ ਕੋਈ ਵਾਸਨਾ ਨਹੀਂ ਹੈ, ਜਿੱਥੇ ਪਦਾਰਥਾਂ ਦੀ ਕੋਈ ਲਾਲਸਾ ਨਹੀਂ ਹੈ, ਮਨ ਦੀ ਉਸ ਵੀਰਾਨਗੀ ਦੇ ਵਿੱਚ ਜਾਣ ਲਈ ਕਿਹਾ ਸੀ, ਤੂੰ ਮੇਰੇ ਸੂਤਰ ਨੂੰ ਨਹੀਂ ਬੁੱਝ ਸਕਿਆ।
ਇਸ ਕਰਕੇ ਬਾਬਾ ਫਰੀਦ ਸਾਹਿਬ ਜੀ ਆਖਦੇ ਜੰਗਲ ਜੰਗਲ ਕਿਆ ਭਵਹਿ। ਇੱਕ ਅੰਗਰੇਜ਼ੀ ਸਾਹਿਤ ਦੇ ਵਿੱਚ ਪੁਸਤਕ ਮਿਲਦੀ ਹੈ, ਉਹਦਾ ਨਾਂ ਹੈ ਵਾਲਡਨ, ਥੋਰੋ ਦਾ ਰਾਈਟਰ ਹੈ, ਉਹਨੇ ਲਿਖੀ ਹੋਈ ਹੈ। ਉਸ ਬੰਦੇ ਨੇ ਜੰਗਲ ਦਾ ਕੀ ਐਕਸਪੀਰੀਅੰਸ ਹੁੰਦਾ ਹੈ, 18-20 ਸਾਲ ਆਪਣੀ ਜ਼ਿੰਦਗੀ ਦੇ ਜੰਗਲ ਵਿੱਚ ਬਤੀਤ ਕੀਤੇ। ਉਹਦੇ ਵਿੱਚੋਂ ਪਸ਼ੂਆਂ ਦਾ, ਅੰਮ੍ਰਿਤ ਵੇਲੇ ਦਾ, ਮਨੁੱਖ ਦਾ, ਪ੍ਰਕਿਰਤੀ ਦਾ ਬੜੇ ਵੱਡੇ ਐਕਸਪੀਰੀਅੰਸ ਨੇ। ਅਤੇ ਬਾਬਾ ਫਰੀਦ ਸਾਹਿਬ ਜੀ ਆਖਦੇ ਹਨ ਜੰਗਲ ਜੰਗਲ ਕਿਆ ਭਵਹਿ। ਹੁਣ ਦੋ ਨੁਕਤੇ ਸਾਡੇ ਸਨਮੁਖ ਨੇ ਕਿ ਇੱਕ ਜਦੋਂ ਬੰਦੇ ਨੂੰ ਅਧਿਆਤਮਿਕ ਚੀਜ਼ਾਂ ਦੀ ਗਹਿਰਾਈ ਨਹੀਂ ਸਮਝ ਆਉਂਦੀ, ਉਹ ਉਹਦੇ ਬਾਹਰੀ ਰੂਪ ਮੰਨ ਲੈਂਦਾ ਹੈ। ਹੁਣ ਕੁਦਰਤੀ ਹੈ, ਜੰਗਲ ਦੇ ਵਿੱਚ ਜਾ ਚਲੇ ਗਏ ਆ, ਪਰਿਵਾਰ ਨਹੀਂ ਪਹੁੰਚ ਸਕਦਾ, ਪਦਾਰਥ ਨਹੀਂ ਪਹੁੰਚ ਸਕਦੇ, ਇਹ ਤਾਂ ਆਸਾਨ ਹੈ। ਪਰ ਜਿਹੜਾ ਮਨ ਉੱਥੇ ਲੈ ਕੇ ਗਿਆ ਹੈ, ਉਹ ਮਨ ਦੀ ਕੀ ਹਾਲਤ ਹੈ। ਬਾਣੀ 'ਚ ਵਾਕ ਕਹਿੰਦੇ ਨੇ ਦੇਸ਼ ਛੋੜ ਪਰਦੇਸੇ ਧਾਇਆ, ਪੰਚ ਚੰਡਾਲ ਨਾਲੇ ਲੈ ਆਇਆ। ਧਰਤੀ ਦਾ ਪ੍ਰਵਾਸ ਕਰ ਲਿਆ ਹੈ, ਦੇਸ਼ ਤੋਂ ਵਿਦੇਸ਼ ਚਲਿਆ ਗਿਆ, ਮਨੁੱਖਤਾ ਦੀ ਸੰਘਣੀ ਆਬਾਦੀ ਨੂੰ ਛੱਡ ਕੇ ਵਿਰਾਨਗੀ ਵਿੱਚ ਚਲਿਆ ਗਿਆ ਹੈ। ਪਰ ਉਸ ਵਿਰਾਨਗੀ ਦੇ ਵਿੱਚ ਤੂੰ ਬਦਲਾਅ ਤਾਂ ਨਹੀਂ ਲੈ ਕੇ ਗਿਆ, ਆਪਣਾ ਆਪ ਉਹੀ ਲੈ ਕੇ ਗਿਆ ਹੈ ਜਿਹੜਾ ਵਾਸਨਾ ਵਾਲਾ ਹੈ, ਜਿਹੜਾ ਤ੍ਰਿਸ਼ਨਾ ਵਾਲਾ ਹੈ। ਇਸ ਕਰਕੇ ਬਾਬਾ ਫਰੀਦ ਸਾਹਿਬ ਜੀ ਕਹਿੰਦੇ ਜਦੋਂ ਤੇਰਾ ਅੰਤਰੀਵ ਜਿਹੜਾ ਜਿਹਨੂੰ ਤੂੰ ਸਾਧਣਾ ਹੈ, ਉਹਦੀ ਸਥਿਤੀ ਹੋਰ ਹੈ, ਜੇ ਉਹਦੇ ਵੱਲ ਧਿਆਨ ਰੱਖੇ ਤਾਂ ਤੈਨੂੰ ਇਸ ਗੱਲ ਦਾ ਭਟਕਣ ਪਏਗੀ ਨਹੀਂ ਕਿ ਜੰਗਲ ਵਿੱਚ ਜਾ ਕੇ ਸਾਧਨਾ ਹੋ ਸਕਦੀ ਹੈ। ਅਤੇ ਜੇ ਅਧਿਆਤਮਿਕ ਅਰਥਾਂ ਦੇ ਵਿੱਚ ਜੰਗਲ ਜਾਣ ਲਈ ਕਿਹਾ ਜਾਂਦਾ ਹੈ ਅਤੇ ਉਹਦਾ ਭਾਵ ਹੈ ਕਿ ਜੰਗਲ ਦੇ ਵਿੱਚ ਕਈ ਵਾਰੀ ਬੜੀ ਵੈਰਾਨਗੀ ਹੁੰਦੀ ਹੈ, ਕਈ ਵਾਰੀ ਬੜਾ ਡਰਾਵਣਾ ਲੱਗਦਾ ਹੈ ਜੰਗਲ। ਹੁਣ ਤਾਂ ਸ਼ਾਇਦ ਸਮੇਂ ਤਬਦੀਲ ਹੋ ਗਏ ਨੇ, ਕਈ ਵਾਰੀ ਪਹਿਲੇ ਅੱਜ ਤੋਂ ਕਈ ਸਾਲਾਂ ਪਹਿਲਾਂ, ਕਈ ਦਹਾਕਿਆਂ ਪਹਿਲਾਂ ਕੋਈ ਜੰਗਲ ਹੁੰਦਾ ਸੀ, ਉਹਦੇ ਬਾਰੇ ਇੰਨੇ ਭਰਮ ਹੁੰਦੇ ਸੀ ਕਿ ਦਿਨ ਸਮੇਂ ਵੀ ਬੰਦਾ ਇੱਥੇ ਗੁਜ਼ਰ ਨਹੀਂ ਸਕਦਾ ਜੀ, ਇੰਨਾ ਡਰਾਵਣਾ ਹੈ। ਤਾਂ ਗੁਰੂ ਬਾਬਾ ਫਰੀਦ ਸਾਹਿਬ ਜੀ ਕਹਿੰਦੇ ਕਿ ਜੰਗਲ ਦਾ ਇੱਕ ਭਾਵ ਇਹ ਵੀ ਕਿ ਆਪਣੇ ਜੀਵਨ ਦੀ ਜਿਹੜੀ ਉਹ ਹਾਲਤ ਹੈ ਜਿਹਦੇ ਵਿੱਚ ਤੂੰ ਸਾਰੇ ਕੁਝ ਤੋਂ ਵੀਰਾਨ ਹੋ ਜਾ, ਨਾ ਤੇਰੇ ਅੰਦਰ ਸੰਬੰਧਾਂ ਦਾ ਮੋਹ, ਨਾ ਪਦਾਰਥਾਂ ਦਾ ਆਕਰਸ਼ਣ, ਨਾ ਵਿਕਾਰਾਂ ਦੀ ਕੋਈ ਕਿਸੇ ਤਰ੍ਹਾਂ ਦੀ ਲਾਲਸਾ, ਬਿਲਕੁਲ ਵੀਰਾਨਗੀ ਦੇ ਵਿੱਚ ਜਾ, ਉੱਥੇ ਜਾ ਕੇ ਆਪਣੇ ਜੀਵਨ ਦੀ ਤਲਾਸ਼ ਕਰ। ਇਸ ਕਰਕੇ ਬਾਬਾ ਫਰੀਦ ਸਾਹਿਬ ਜੀ ਆਖਦੇ ਜੰਗਲ ਜੰਗਲ ਕਿਆ ਪਵੇ, ਕੀ ਪਾਉਂਦਾ ਫਿਰਦਾ। ਔਰ ਦੂਜੀ ਗੱਲ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਬਾਣੀ 'ਚ ਕਿਹਾ ਕਾਹੇ ਰੇ ਬਨ ਖੋਜਨ ਜਾਈ, ਸਰਬ ਨਿਵਾਸੀ ਸਦਾ ਅਲੇਪਾ ਤੋਹੀ ਸੰਗ ਸਮਾਈ। ਕਿ ਜਿਹੜੀ ਰਾਸ ਹੈ ਉਹ ਉੱਥੇ ਹੀ ਪਈ ਹੈ। ਇਸ ਕਰਕੇ ਜਿਹੜਾ ਉਹਨਾਂ ਨੇ ਜੀਵਨ ਦੇ ਵਿੱਚ ਅੰਧਕਾਰ ਦਾ ਪ੍ਰੋਸੈਸ ਬਣਾਇਆ ਹੋਇਆ ਹੈ। ਹੁਣ ਕੁਦਰਤੀ ਬੰਦਾ ਕਿਸੇ ਕਮਰੇ ਵਿੱਚ ਆਪਣੇ ਆਪ ਨੂੰ ਬੰਦ ਕਰਕੇ ਬੈਠਾ ਹੈ, ਬਾਹਰ ਸੂਰਜ ਚੜ੍ਹਿਆ, ਉਹ ਆਪਣੇ ਕਮਰੇ ਅੰਦਰ ਸੂਰਜ ਦੀ ਕੋਈ ਕਿਰਨ ਦਾਖਲ ਹੀ ਨਹੀਂ ਹੋਣ ਦੇ ਰਿਹਾ, ਅਤੇ ਆਪਣਾ ਉਹਨੇ ਗਿਆਨ ਇਹ ਬਣਾਇਆ ਹੋਇਆ ਹੈ ਕਿ ਬਾਹਰ ਪ੍ਰਕਾਸ਼ ਹੀ ਨਹੀਂ ਹੈ। ਇਹਦਾ ਭਾਵ ਇਹ ਨਹੀਂ ਕਿਹਾ ਜਾਂਦਾ ਕਿ ਬਾਹਰ ਪ੍ਰਕਾਸ਼ ਨਹੀਂ ਹੈ, ਕਿਹਾ ਜਾਏਗਾ ਕਿ ਇਹਨੇ ਆਪਣੇ ਦ੍ਰਿਸ਼ਟੀਕੋਣ ਨੂੰ ਆਲੇ ਦੁਆਲੇ ਇੱਕ ਉਸ ਤਰ੍ਹਾਂ ਦਾ ਅਗਿਆਨ ਦਾ ਔਰਾ ਬਣਾ ਕੇ ਇਸ ਖਿਆਲ 'ਤੇ ਆਪਣੇ ਆਪ ਨੂੰ ਸਥਿਰ ਕਰ ਲਿਆ ਕਿ ਬਾਹਰ ਪ੍ਰਕਾਸ਼ ਨਹੀਂ ਹੈ। ਪਰ ਪ੍ਰਕਾਸ਼ ਤਾਂ ਮੌਜੂਦ ਹੈ ਜਦੋਂ ਹੀ ਦਰਵਾਜ਼ਾ ਖੋਲ੍ਹੇਗਾ। ਇਹਨੂੰ ਲੱਗਦਾ ਹੈ ਜਗਤ ਜਿਹੜਾ ਹੈ ਸਾਰਾ ਮਾਇਆ ਦੇ ਪ੍ਰਭਾਵ ਨਾਲ ਭਰਿਆ ਹੈ, ਪਰ ਬਾਬਾ ਫਰੀਦ ਸਾਹਿਬ ਜੀ ਕਹਿੰਦੇ ਜਦੋਂ ਦਰਵਾਜ਼ਾ ਖੋਲ੍ਹੇਗਾ ਉਦੋਂ ਪ੍ਰਕਾਸ਼ ਦੀ ਆਮਦ ਵੀ ਹੋਏਗੀ। ਇਸ ਕਰਕੇ ਵੱਸੀ ਰੱਬ ਹਿਆਲੀ ਹੈ, ਜੰਗਲ ਕਿਆ ਢੂੰਡੇ। ਇਹਦੇ ਹੁਣ ਰੂਪ ਬਦਲ ਗਏ ਨੇ। ਹੁਣ ਜਿਹੜਾ ਬੰਦੇ ਦੇ ਅੰਦਰ ਦੀ ਬਣੀ ਹੋਈ ਸੁੰਨ ਹੈ, ਹੁਣ ਕੁਦਰਤੀ ਹੈ ਅੱਜ ਦੇ ਸਮਿਆਂ ਦੇ ਵਿੱਚ ਧਾਰਮਿਕ ਸਥਾਨਾਂ ਦੇ ਉੱਪਰ ਜਿਹੜੇ ਪ੍ਰਮੁੱਖ ਨੇ, ਧਾਰਮਿਕ ਸਥਲਾਂ ਦੇ ਉੱਪਰ ਬੜੀ ਵੱਡੀ ਭੀੜ ਦੇਖਣ ਨੂੰ ਮਿਲਦੀ ਹੈ। ਹੁਣ ਕੁਦਰਤੀ ਹੈ ਉਸ ਭੀੜ ਦਾ ਵੀ, ਉਸ ਨੂੰ ਭੀੜ ਸ਼ਬਦ ਤਾਂ ਸੰਬੋਧਿਤ ਕਰ ਰਿਹਾ ਹਾਂ ਕਿ ਬਹੁਤ ਵਾਰੀ ਦੇਖਣ ਤੋਂ ਸਪਸ਼ਟ ਹੁੰਦਾ ਹੈ ਕਿ ਤੀਰਥ ਦੇ ਅਧਿਆਤਮਿਕ ਅਰਥਾਂ ਤੋਂ ਬਿਲਕੁਲ ਨਾਵਾਕਫ ਨੇ। ਜੀਵਨ ਦੇ ਵਿੱਚ ਕੋਈ ਅਧਿਆਤਮਿਕ ਜਗਿਆਸਾ ਨਹੀਂ ਹੈ, ਬਲ ਕੇਵਲ ਕੁਝ ਦਿਨਾਂ ਦੀ ਵਿਹਲ ਹੈ ਅਤੇ ਘੁੰਮਣ ਦੇ ਨੁਕਤੇ ਤੋਂ ਚਲੇ ਗਏ ਨੇ। ਇਸ ਕਰਕੇ ਜਦੋਂ ਹੁਣ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਕਾਹੇ ਰੇ ਬਨ ਖੋਜਨ ਜਾਈ, ਹੁਣ ਇਤਨੇ ਜੰਗਲ ਵੀ ਮੌਜੂਦ ਨਹੀਂ ਰਹੇ, ਜੰਗਲਾਂ ਦੇ ਵਿੱਚ ਕੋਈ ਬਹੁਤਾ ਜਾ ਵੀ ਨਹੀਂ ਰਿਹਾ, ਫਿਰ ਉਹਦੇ ਅਰਥ ਕੀ ਰਹਿ ਜਾਣਗੇ? ਉਹਦੇ ਅਰਥ ਰਹਿ ਜਾਣਗੇ ਕਿ ਬੰਦਾ ਜਿਹੜਾ ਭਗਤੀ ਕਰਮਾਂ ਨੂੰ ਕਰਕੇ, ਜਿਹੜਾ ਸ਼ਬਦ ਦੇ ਅਭਿਆਸ ਨਾਲ ਨਾ ਜੁੜ ਕੇ, ਜਿਹਨੇ ਗਿਆਨ ਦੀ ਕਿਸੇ ਧਾਰਾ ਨੂੰ ਆਪਣੇ ਜੀਵਨ ਵਿੱਚ ਪੂਰੀ ਤਰ੍ਹਾਂ ਪ੍ਰਵੇਸ਼ ਨਹੀਂ ਕਰਾਇਆ, ਉਸ ਬੰਦੇ ਦੇ ਅੰਦਰ ਖਲਾ ਬਣਿਆ ਹੋਇਆ ਹੈ, ਜੰਗਲ ਵਰਗੀ ਵੀਰਾਨਗੀ ਬਣੀ ਹੋਈ ਹੈ। ਅਤੇ ਬਣਾਈ ਇਹਨੇ ਆਪ ਹੈ ਕਿ ਜੀਵਨ ਦੇ ਵਿੱਚ ਕੋਮਲ ਸੁਭਾਅ ਨੂੰ ਛੱਡ ਕੇ ਕਪਟ ਆਪਣੇ ਅੰਦਰ ਲੈ ਆਉਂਦਾ ਹੈ। ਆਪਣੇ ਜੀਵਨ ਦੇ ਵਿੱਚ ਖਿਮਾ ਦੇ ਗੁਣ ਦੀ ਬਜਾਏ ਜੀਵਨ ਦੇ ਵਿੱਚ ਦਵੈਸ਼ ਨੂੰ ਲੈ ਆਉਂਦਾ ਹੈ।
ਜੀਵਨ ਦੇ ਵਿੱਚ ਸੰਤੋਖ ਦੇ ਭਾਵ ਨੂੰ ਛੱਡ ਕੇ ਤੇ ਤ੍ਰਿਸ਼ਨਾ ਦੀ ਅੱਗ ਬਾਲ ਲਈ ਹੈ। ਹੁਣ ਇਹਨਾਂ ਸਾਰੀਆਂ ਗੱਲਾਂ ਕਰਕੇ ਇਹਦੇ ਅੰਦਰ ਬਣ ਗਈ ਹੈ ਵਿਰਾਨਗੀ, ਇੱਕ ਖਲਾਅ ਬਣ ਗਿਆ ਹੈ। ਅਤੇ ਇਸ ਖਲਾਅ ਨੂੰ ਪੂਰਾ ਕਰਨ ਦੇ ਲਈ ਇਹਨੇ ਹੁਣ ਧਾਰਮਿਕ ਮੰਦਰਾਂ ਦੀ, ਧਾਰਮਿਕ ਸਥਾਨਾਂ ਦੀ ਜਿਹੜੀ ਯਾਤਰਾ ਹੈ ਉਹਦੇ ਗੇੜੇ ਲਾਉਣੇ ਸ਼ੁਰੂ ਕਰ ਦਿੱਤੇ। ਆਪਣੇ ਖਲਾਅ ਨੂੰ ਫਿਰ ਵੀ ਨਹੀਂ ਭਰ ਰਿਹਾ। ਦੇਖਣ 'ਚ ਆਉਂਦਾ ਇਤਨੀ ਜ਼ਿਆਦਾ ਸਮੂਹ ਆਇਆ ਹੋਇਆ, ਕੋਈ ਇੱਕ ਚੌਂਕੜੀ ਦੇ ਵਿੱਚ ਨਹੀਂ ਦਿਖ ਰਿਹਾ। ਕੁਦਰਤੀ ਹੈ, ਸਿੱਖਾਂ ਦੇ ਪ੍ਰਮੁੱਖ ਜਾਂ ਹੋਰ ਧਰਮਾਂ ਦੇ ਪ੍ਰਮੁੱਖ ਸਥਾਨਾਂ ਦੀ ਗੱਲ ਕਰ ਲਓ, ਗਿਣਤੀ ਬੜੀ ਵੱਡੀ ਹੈ, ਪਰ ਉੱਥੇ ਕੋਈ ਇੱਕ ਵੀ, ਬਹੁਤ ਘੱਟ ਮਿਲਣਗੇ ਜਿਹੜੇ ਕੀਰਤਨ ਦੇ ਵਿੱਚ ਫਨਾਹ ਹੋ ਰਹੇ ਨੇ, ਜਿਹੜੇ ਕੀਰਤਨ ਦੇ ਸ਼ਬਦ ਦੇ ਅਭਿਆਸ ਵਿੱਚ ਉਤਰ ਕੇ ਆਪਣੀ ਸਾਰੀ ਵਿੱਖ ਨੂੰ ਉਤਾਰਨ ਦਾ ਯਤਨ ਕਰ ਰਹੇ ਨੇ। ਫੋਟੋਗ੍ਰਾਫੀ ਗੇੜੇ ਕੱਢਣ ਵਾਲੇ ਬੇਅੰਤ ਨੇ। ਖਲਾਅ ਹੈ ਆਪਣੇ ਅੰਦਰ ਦਾ, ਜਿਹੜਾ ਖਲਾਅ ਨੂੰ ਪੂਰਨ ਕਰਨ ਦੇ ਲਈ ਗੁਰੂ ਘਰ ਗਏ ਹਾਂ, ਤੀਰਥ 'ਤੇ ਗਏ ਹਾਂ, ਉਸੇ ਖਲਾਅ ਦੀ ਪਮਾਇਸ਼ ਉੱਥੇ ਲੈ ਰਹੇ ਹਾਂ। ਉੱਥੇ ਵੀ ਦ੍ਰਿਸ਼ ਕੈਪਚਰ ਕਰਨ ਦੀ ਭਰਮ ਹੈ, ਪਰ ਇਹ ਨਹੀਂ ਪਤਾ ਕਿ ਇੱਥੇ ਆ ਕੇ ਮੈਂ ਸਾਰੇ ਭਰਮਾਉਣ ਵਾਲੇ ਦ੍ਰਿਸ਼ਾਂ ਨੂੰ ਭੁੱਲ ਕੇ ਅਤੇ ਆਪਣੇ ਸੁੰਦਰ ਸਰੂਪ ਨੂੰ ਵਾਚਣਾ। ਬਾਣੀ ਦੇ ਵਿੱਚ ਵਾਕ ਆਉਂਦਾ ਨਾ ਸਤਿਗੁਰੂ ਸਾਹਿਬ ਜੀ ਦਾ, ਇਹ ਮਨ ਸੁੰਦਰ ਆਪਣਾ ਹਰ ਨਾਮ ਮਜੀਠੈ ਰੰਗ ਰੀ। ਕੀਰਤਨ ਦੀ ਧੁਨੀ ਜਿਹੜੀ ਅੰਦੋਲਤ ਕਰ ਰਹੀ ਹੈ ਮਨ ਨੂੰ ਕਿ ਥਿਰ ਹੋ, ਪਰ ਮਨ ਦਾ ਖਲਾਅ ਕਹਿ ਰਿਹਾ ਨਹੀਂ, ਅਸੀਂ ਇੱਥੇ ਆਪਣੇ ਜਿਹੜੇ ਉਹ ਹਲਕੇ ਫੁਲਕੇ ਖਿਆਲ ਨੇ ਉਹਨਾਂ ਦੀ ਪੂਰਤੀ ਕਰਨੀ। ਇਸ ਕਰਕੇ ਬਾਬਾ ਫਰੀਦ ਸਾਹਿਬ ਜੀ ਕਹਿੰਦੇ ਜੰਗਲ ਕਿਆ ਭਵੇ। 2 ਵਾਰੀ ਕਹਿਣ ਦਾ ਭਾਵ ਹੈ ਕਿ ਪਹਿਲਾਂ ਤਾਂ ਤੇਰੇ ਸ਼ੁਭ ਗੁਣਾਂ ਦੀ ਜੀਵਨ ਨਾ ਹੋਣ ਕਰਕੇ ਜੀਵਨ ਦੇ ਵਿੱਚ ਹੁਣ ਮੈਲ, ਜਿਵੇਂ ਕੁਦਰਤੀ, ਦੇਖੋ ਇਹਦਾ ਅਨੁਭਵ ਛੋਟਾ ਜਿਹਾ ਸੰਕੇਤ ਜਿਹਾ ਕਰਦੇ ਹਾਂ। ਬੰਦਾ ਕਈ ਵਾਰੀ ਮੈਲੇ ਵਸਤਰ ਉਹਨੂੰ ਪਾਉਣੇ ਪੈਣ ਨਾ, 2-3 ਦਿਨ ਜਾਂ ਕਾਰਨਵਸ ਮਜਬੂਰੀ ਬਣ ਜਾਏ, ਜਾਂ ਕੋਈ ਸਜ਼ਾ ਦੇ ਦੇਵੇ ਕਿ ਤੂੰ ਮੈਲੇ ਵਸਤਰ ਪਾਉਣੇ ਨੇ, ਤਾਂ ਉਹਦਾ ਕੁਦਰਤੀ ਹੈ 2-3 ਘੰਟੇ ਬਾਅਦ ਜਾਂ ਪਾਉਂਦੇ ਸਾਰ ਤੋਂ ਬਾਅਦ ਹੀ ਮਨ ਕਾਹਲਾ ਪੈਣ ਲੱਗ ਪੈਂਦਾ ਕਿ ਗੰਦਗੀ ਮੇਰੇ ਤੋਂ ਦੂਰ ਕਰੋ। ਜਾਂ ਕੁਦਰਤੀ ਗੰਦਗੀ ਦੇ ਵਿੱਚ ਰਹਿਣਾ ਪਵੇ ਜਾਂ ਰਹਿਣ ਦੀ ਕੋਈ ਮੁਸ਼ਕਿਲ ਬਣ ਜਾਏ ਅਤੇ ਉਹ ਆਪਣੇ ਜੀਵਨ ਨੂੰ ਠੀਕ ਨਹੀਂ ਮੰਨਦਾ, ਕਹਿੰਦਾ ਮੈਨੂੰ ਪਵਿੱਤਰ ਥਾਂ 'ਤੇ ਲੈ ਕੇ ਜਾਓ। ਹੁਣ ਬਾਬਾ ਫਰੀਦ ਸਾਹਿਬ ਜੀ ਕਹਿੰਦੇ ਜੰਗਲ, ਜਿਹੜੀ ਵਿਰਾਨਗੀ ਤੇਰੇ ਅੰਦਰ ਪਹਿਲਾਂ ਸ਼ੁਭ ਗੁਣਾਂ ਦੀ ਨਹੀਂ ਬਣੀ, ਜਿਵੇਂ ਅਸੀਂ ਬਾਣੀ 'ਚ ਵਾਕ ਪੜ੍ਹਦੇ ਆ ਨਾ ਸਤਿਗੁਰੂ ਸਾਹਿਬ ਜੀ ਦਾ ਕਿ ਤਨ ਮਨ ਥੀਵੈ ਹਰਿਆ, ਜਿਹੜਾ ਜੀਵਨ ਦੇ ਵਿੱਚ ਸ਼ੁਭ ਗੁਣਾਂ ਦੀ ਕਮਾਈ ਕਰਕੇ ਨਾ ਕਰਨ ਕਰਕੇ ਵਿਰਾਨਗੀ ਬਣ ਗਈ ਹੈ। ਹੁਣ ਜਿਵੇਂ ਜਿਹੜੇ ਘਰਾਂ ਦੇ ਵਿੱਚ ਕੋਈ ਨਹੀਂ ਵਸਦਾ ਉੱਥੇ ਕੀ ਹੁੰਦਾ, ਉੱਲੂ ਬੋਲਣ ਲੱਗ ਪੈਂਦੇ ਨੇ, ਛੱਤਾਂ ਦੇ ਉੱਪਰ ਘਰਾਂ ਦੇ ਵਿੱਚ ਘਾਹ ਉੱਗ ਪੈਂਦਾ। ਹੁਣ ਜਿਹੜੇ ਜੀਵਨ ਦੇ ਵਿੱਚ ਅਧਿਆਤਮਿਕ ਗੁਣਾਂ ਦੀ ਕਮਾਈ ਨਹੀਂ ਕੀਤੀ, ਉਹ ਜੀਵਨ ਦੇ ਵਿੱਚ ਸੁੰਨ ਵਾਪਰ ਗਈ ਹੈ। ਹੁਣ ਉਹੀ ਸੁੰਨ ਆਪਣੇ ਆਪ ਨੂੰ ਸਤਾਉਂਦੀ ਹੈ। ਉਹਦੇ ਵਿੱਚ ਜਿਹੜੇ ਵਿਕਾਰਾਂ ਦੇ ਹਰਲ ਕੀਤੇ ਹੋਏ ਕੰਮ ਕੀਤੇ ਨੇ, ਉਹੀ ਆਪਣੇ ਆਪ ਨੂੰ ਤੰਗ ਕਰਦੇ ਨੇ। ਪਹਿਲਾਂ ਆਪਣੇ ਆਪ ਨੂੰ ਜੰਗਲ ਬਣਾ ਲਿਆ। ਜੰਗਲ ਦਾ ਭਾਵ ਹੈ ਕਿ ਉਹਦੇ ਵਿੱਚ ਕੋਈ ਵਿਰਾਨਗੀ ਹੈ, ਕੋਈ ਸ਼ੁਭ ਗੁਣ ਨਹੀਂ ਹਨ। ਉਹਨੂੰ ਹੱਲ ਕਰਨ ਦੇ ਲਈ ਜਿਹੜਾ ਪ੍ਰਕਿਰਤਿਕ ਤੌਰ 'ਤੇ ਜੰਗਲ ਹੈ ਉਹਦੇ ਵਿੱਚ ਚਲਿਆ ਗਿਆ। ਅਤੇ ਬਾਬਾ ਫਰੀਦ ਸਾਹਿਬ ਜੀ ਕਹਿੰਦੇ ਉੱਥੇ ਕੀ ਕੰਮ ਕਰੇਗਾ, ਸਮੱਸਿਆ ਤਾਂ ਸਾਰੀ ਦੀ ਸਾਰੀ ਤੇਰੇ ਅੰਦਰ ਪਈ ਹੈ, ਜਾਂ ਜਿਹਦੀ ਤਲਾਸ਼ ਕਰ ਰਿਹਾ ਹੈ ਉਹ ਵੀ ਤੇਰੇ ਅੰਦਰ ਪਿਆ। ਵੱਖਰੀ ਗੱਲ ਹੈ ਤੂੰ ਅਵਗੁਣਾਂ ਦਾ ਜਾਂ ਮੰਦ ਕਰਮਾਂ ਦਾ ਪਰਦਾ ਇੰਨਾ ਜ਼ਿਆਦਾ, ਕੰਧ ਇੰਨੀ ਜ਼ਿਆਦਾ ਉੱਚੀ ਕਰ ਦਿੱਤੀ ਹੈ ਕਿ ਹੁਣ ਤੇਰੇ ਕੋਲੋਂ ਆਪਣੇ ਜੀਵਨ ਦੇ ਪਰਲੇ ਪਾਰ ਦੇਖਿਆ ਹੀ ਨਹੀਂ ਜਾ ਰਿਹਾ। ਇਸ ਕਰਕੇ ਆਖਦੇ ਵੱਸੀ ਰੱਬ ਹਿਆਲੀ ਹੈ, ਜੰਗਲ ਕਿਆ ਢੂੰਡੇ। ਜਦੋਂ ਬਾਬਾ ਫਰੀਦ ਸਾਹਿਬ ਜੀ ਨੇ ਕਿਹਾ ਆਪਨੜੇ ਗਿਰੀਵਾਨ ਮੈਂ ਸਿਰ ਨੀਵਾਂ ਕਰ ਦੇਖ, ਤਾਂ ਉਹਦਾ ਭਾਵ ਹੈ ਕਿ ਜਿਸ ਪਵਿੱਤਰਤਾ ਦੇ ਸਰੂਪ ਨੂੰ, ਜਿਸ ਨਿਰਮਲਤਾ ਦੇ ਸੋਮੇ ਨੂੰ ਤੂੰ ਤਲਾਸ਼ ਕਰ ਰਿਹਾ, ਕਿ ਜਿਵੇਂ ਮਾਲਕ ਨੂੰ ਕਿਹਾ ਜਾਂਦਾ ਨਿਰੰਜਨ ਹੈ, ਉਹਦੀ ਆਦ ਜੋਤ ਸਰੂਪ ਤੇਰੇ ਅੰਦਰ ਵਿਦਮਾਨ ਹੈ, ਪਰ ਤੂੰ ਆਪਣੇ ਜੀਵਨ ਵਿੱਚ ਠੀਕ ਸਾਧਨਾ ਨਾ ਕਰਕੇ ਉਸ ਪ੍ਰਕਾਸ਼ ਤੋਂ ਬੜਾ ਦੂਰ ਚਲਿਆ ਗਿਆ ਹੈ। ਤਾਂ ਬਾਬਾ ਫਰੀਦ ਸਾਹਿਬ ਜੀ ਆਖਦੇ ਹਨ ਵੱਸੀ ਰੱਬ ਹਿਆਲੀ ਹੈ, ਜੰਗਲ ਕਿਆ ਢੂੰਡੇ। ਜੰਗਲ ਦੇ ਵਿੱਚ ਜਾਣ ਦਾ ਕੋਈ ਪ੍ਰਯੋਜਨ ਨਹੀਂ। ਪ੍ਰਯੋਜਨ ਤਾਂ ਕੇਵਲ ਇੰਨਾ ਹੋਣਾ ਚਾਹੀਦਾ ਹੈ ਕਿ ਮਨੁੱਖ ਨੇ ਆਪਣੇ ਆਪ ਦੀ ਤਲਾਸ਼ ਕਰਨੀ ਹੈ। ਹੁਣ ਇਸ ਦੇ ਵਿੱਚ ਇੱਕ ਹੋਰ ਵੀ ਨੁਕਤਾ, ਜਦੋਂ ਬਾਬਾ ਫਰੀਦ ਸਾਹਿਬ ਜੀ ਨੇ ਕਿਹਾ ਵੱਸੀ ਰੱਬ ਹਿਆਲੀ ਹੈ, ਕਿ ਜੇ ਤੈਨੂੰ ਸ਼ੁਰੂ ਤੋਂ ਹੀ ਖਿਆਲ ਰਵੇ। ਹੁਣ ਜਿਵੇਂ ਕੁਦਰਤੀ ਹੈ, ਘਰਾਂ ਦੇ ਵਿੱਚ ਇਸਤਰੀਆਂ ਆਪਣਾ ਸਾਰਾ ਕੰਮ ਸੰਭਾਲਦੀਆਂ ਨੇ, ਜੇ ਤਾਂ ਉਹਨੂੰ ਖਿਆਲ ਹੋਵੇ ਕਿ ਜਿਹੜੀ ਵਸਤ ਮੈਨੂੰ ਚਾਹੀਦੀ ਉਹ ਕਿੱਥੇ ਪਈ ਹੈ, ਤਾਂ ਉਹ ਹੋਰ ਜਗ੍ਹਾ ਹੱਥ ਨਹੀਂ ਮਾਰਦੀ। ਉਹਨੂੰ ਪਤਾ ਜਿੱਥੇ ਵਸਤ ਟਿਕਾਈ ਹੋਈ ਹੈ ਉੱਥੋਂ ਹੀ ਲੱਭਦੀ ਹੈ, ਉੱਥੇ ਹੀ ਉਹ ਯਤਨ ਕਰਦੀ ਹੈ। ਇਸ ਕਰਕੇ ਬਾਬਾ ਫਰੀਦ ਸਾਹਿਬ ਜੀ ਕਹਿੰਦੇ ਜਦੋਂ ਤੈਨੂੰ ਇਹ ਸੂਤਰ ਹੀ ਨਹੀਂ ਪਤਾ ਕਿ ਜਿਹਦੀ ਤੂੰ ਤਲਾਸ਼ ਕਰ ਰਿਹਾ ਉਹ ਤੇਰੇ ਮਨ ਅੰਦਰ ਹੈ, ਤੇਰੇ ਜੀਵਨ ਦੇ ਕੇਂਦਰ ਦੇ ਵਿੱਚ ਸਮਾਇਆ ਹੋਇਆ ਹੈ, ਤਾਂ ਬਾਬਾ ਫਰੀਦ ਸਾਹਿਬ ਜੀ ਕਹਿੰਦੇ ਫਿਰ ਜੰਗਲ ਕਿਆ ਢੂੰਡੇ। ਜਦੋਂ ਤੈਨੂੰ ਅਸਲ ਗੱਲ ਦਾ ਪਤਾ ਹੀ ਨਹੀਂ ਕਿ ਜਿਹੜੀ ਆਪਣੇ ਜੀਵਨ ਨੂੰ ਸਾਧਣਾ ਹੈ
ਉਹ ਤਾਂ ਚੌਂਕੜੇ ਨਾਲ ਹੋਣਾ, ਭਾਵੇਂ ਤੂੰ ਘਰ ਦੇ ਵਿੱਚ ਲਾ ਲੈ ਅਤੇ ਭਾਵੇਂ ਬਾਹਰ ਲਾ ਲੈ। ਜੰਗਲ ਦੇ ਵਿੱਚ ਵਿਸ਼ੇਸ਼ ਤਰੀਕੇ ਨਾਲ ਚੌਂਕੜਾ ਲਾਉਣ ਦੇ ਨਾਲ ਨਹੀਂ, ਗੱਲ ਤਾਂ ਤੇਰੀ ਆਪਾ ਚੀਨਣ ਦੇ ਨਾਲ ਹੈ। ਅਤੇ ਆਪਾ ਚੀਨਣ ਦਾ ਮਤਲਬ ਤੇਰਾ ਪਵਿੱਤਰ ਜਿਹੜਾ ਆਰੰਭ ਸੀ ਉਹ ਪਵਿੱਤਰਤਾ ਵਾਲਾ ਸੀ, ਉਹਨੂੰ ਤੂੰ ਕਰ ਲਿਆ ਮੈਲਾ, ਅਤੇ ਹੁਣ ਮੈਲੇ ਨੂੰ ਹੱਲ ਕਰਨ ਦੇ ਲਈ ਥਾਂ ਥਾਂ ਲੱਭਦਾ ਫਿਰਦਾ ਹੈ। ਜਿਹੜੀ ਬਾਹਰੀ ਮੈਲ ਹੈ ਉਹ ਤਾਂ ਉਤਰੇਗੀ, ਪਰ ਅੰਤਰੀਵ ਦੀ ਜਿਹੜੀ ਹੈ ਉਹ ਟਿਕ ਕੇ ਹੀ ਲਾਉਣੀ ਪਏਗੀ। ਇਸ ਕਰਕੇ ਬਾਬਾ ਫਰੀਦ ਸਾਹਿਬ ਜੀ ਕਹਿੰਦੇ ਵਸੀ ਰੱਬ ਹਿਆਲੀ ਹੈ, ਕਿ ਤੈਨੂੰ ਖਿਆਲ ਹੋਣਾ ਚਾਹੀਦਾ ਹੈ ਕਿ ਤੂੰ ਰੱਬ ਤੋਂ ਪੁੱਜਿਆ ਹੈ ਅਤੇ ਉਹਦੇ ਵਰਗਾ ਹੈ। ਬਸ ਤੂੰ ਆਪਣੇ ਸਰੂਪ ਨੂੰ ਪਛਾਣਨ ਦੇ ਵਿੱਚ ਭੁਲੇਖਾ ਪਾ ਲਿਆ ਹੈ। ਇਸ ਕਰਕੇ ਹੁਣ ਤੈਨੂੰ ਜੰਗਲਾਂ ਦੇ ਵਿੱਚ ਭ੍ਰਮਣ ਨੂੰ ਜਿਹੜਾ ਹੈ ਸਮਾਂ ਮਿਲ ਰਿਹਾ ਹੈ, ਤੇਰਾ ਕਾਰਨ ਐਸਾ ਬਣ ਗਿਆ। ਇਸ ਕਰਕੇ ਬਾਬਾ ਫਰੀਦ ਸਾਹਿਬ ਜੀ ਨੇ ਇਸ ਸਲੋਕ ਦੁਆਰਾ ਅਧਿਆਤਮਿਕ ਜਿਹੜੀ ਭਟਕਣ ਹੈ ਉਹਦਾ ਜ਼ਿਕਰ ਕੀਤਾ ਹੈ ਕਿ ਬੰਦੇ ਦੀ ਬਹੁਤ ਵੱਡੀ ਹੋ ਜਾਂਦੀ ਹੈ। ਜ਼ਿੰਦਗੀ ਭਰ ਕਈ ਮੈਂ ਆਪਣੇ ਨਿੱਜ ਜੀਵਨ 'ਚ ਦੇਖੇ ਨੇ, ਗਿਆਨ ਦਾ ਬੜਾ ਅਨੁਭਵ ਹੈ, ਸਿਮਰਨ ਦੀ ਵੀ ਕਮਾਈ ਹੈ, ਗੁਰੂ ਕੇ ਮਾਰਗ ਦੀ ਸ਼੍ਰੇਸ਼ਟਤਾ ਨੂੰ ਵੀ ਧਾਰਨ ਕੀਤਾ ਹੋਇਆ ਹੈ, ਪਰ ਜੀਵਨ ਦਾ ਕੋਈ ਇੱਕ ਸੰਸਾ ਨਾਲ ਚੁੱਕੀ ਫਿਰਦੇ ਨੇ, ਜਿਹਦੇ ਕਰਕੇ ਅਜੇ ਤੱਕ ਸਥਿਰਤਾ ਨਹੀਂ ਉਹਨਾਂ ਨੂੰ ਪ੍ਰਾਪਤ ਹੋ ਰਹੀ। ਤਾਂ ਬਾਬਾ ਫਰੀਦ ਸਾਹਿਬ ਜੀ ਆਖਦੇ ਹਨ ਵਸੀ ਰੱਬ ਹਿਆਲੀ ਹੈ। ਜਿਸ ਆਨੰਦ ਦੀ ਤਲਾਸ਼ ਹੋਰ ਥਾਵਾਂ ਤੋਂ ਕਰਦੇ ਫਿਰਦੇ ਹੋ, ਅੰਤਰੀਵ ਦੇ ਵਿੱਚ ਪਿਆ ਹੈ। ਗੱਲ ਹੈ ਕਿ ਇਤਨਾ ਸਾਫ਼ ਕਰਨ ਦੇ ਲਈ। ਇਸ ਕਰਕੇ ਜਿਤਨਾ ਚਿਰ ਆਪਣੇ ਆਪ ਨੂੰ ਸਾਫ਼ ਨਹੀਂ ਕਰਦੇ, ਜਿਵੇਂ ਸੂਫੀ ਸਾਧਕਾਂ ਨੇ ਕਿਹਾ ਹੈ ਕਿ ਜਿਹੜਾ ਦਿਲ ਦਾ ਕੁੱਜਾ ਹੈ ਇਹਨੂੰ ਰੋਜ਼ ਮਲ ਮਲ ਕੇ ਧੋਇਆ ਕਰ, ਰੋਜ਼ ਇਹਨੂੰ ਕੂਚਾ ਮਾਰਿਆ ਕਰ, ਤਾਂ ਕਿ ਸਾਫ਼ ਰਹੇ। ਹੁਣ ਜੇ ਸ਼ੀਸ਼ੇ ਦੇ ਉੱਪਰ ਮੈਲ ਹੋਵੇ ਤਾਂ ਬੰਦੇ ਦਾ ਅਕਸ ਸਾਫ਼ ਦਿਖ ਪਏਗਾ? ਨਹੀਂ ਦਿਖੇਗਾ। ਜੇ ਸਾਡਾ ਮਨ ਰੂਪ ਜਿਹੜਾ ਦਰਪਣ ਹੈ, ਜੇ ਉਹਦੇ ਉੱਪਰ ਅਵਗੁਣਾ ਗੁਨਾਹਾਂ ਦੀ ਮੈਲ ਲੱਗੀ ਹੈ, ਤਾਂ ਸਾਨੂੰ ਲੱਗੇਗਾ ਹੀ ਨਹੀਂ ਕਿ ਅਸੀਂ ਰੱਬ ਦੀ ਜੋਤ ਹਾਂ ਜਾਂ ਅਸੀਂ ਬੜੀ ਪਵਿੱਤਰਤਾ ਤੋਂ ਪੈਦਾ ਹੋਏ ਹਾਂ। ਤਾਂ ਬਾਬਾ ਫਰੀਦ ਸਾਹਿਬ ਜੀ ਕਹਿੰਦੇ ਜੰਗਲ ਕਿਆ ਢੂੰਡੇ, ਇਹ ਜੰਗਲ ਵਿੱਚ ਭਟਕਣ ਦਾ ਕੋਈ ਅਰਥ ਨਹੀਂ। ਆਪਣੇ ਆਪ ਦੀ ਪਛਾਣ ਬੰਦੇ ਨੇ ਆਪਣੇ ਜੀਵਨ ਦੇ ਵਿੱਚੋਂ ਖੁਦ ਗੁਰੂ ਸ਼ਬਦ ਦੀ ਰੌਸ਼ਨੀ ਨਾਲ ਕਰਨੀ ਹੈ। ਫਰੀਦਾ ਇੰਨੀ ਨਿੱਕੀ ਜੰਗੀ ਹੈ, ਥਲ ਡੂੰਗਰ ਭਵਿਓਮ। ਅਗਲੇ ਸਲੋਕ ਦੇ ਅੰਦਰ ਬਾਬਾ ਫਰੀਦ ਸਾਹਿਬ ਜੀ ਬਖਸ਼ਿਸ਼ ਕਰਦੇ ਹਨ ਜੀਵਨ ਦੀ ਅਵਸਥਾ ਦਾ ਇੱਕ ਹੋਰ ਪੱਖ। ਬੁਢਾਪੇ ਦਾ ਜਰਾ ਰੋਗ ਬੜਾ ਭਿਆਨਕ ਮੰਨਿਆ ਹੈ ਸਾਰੇ ਅਧਿਆਤਮਿਕ ਪੁਰਸ਼ਾਂ ਨੇ। ਤਾਂ ਬਾਬਾ ਫਰੀਦ ਸਾਹਿਬ ਜੀ ਬੁਢਾਪੇ ਦੀ ਜਿਹੜੀ ਬਿਰਧ ਅਵਸਥਾ ਹੈ ਉਹਦੇ ਇੱਕ ਸੰਕਟ ਦਾ, ਉਹਦੇ ਇੱਕ ਮੁਸ਼ਕਿਲ ਦਾ ਜ਼ਿਕਰ ਕਰਦੇ ਹਨ। ਇੰਨੀ ਨਿੱਕੀ ਜੰਗੀ ਹੈ, ਕਹਿਣ ਲੱਗੇ ਆਹ ਸੋਹਣੀਆਂ ਲੱਤਾਂ ਜਿਨ੍ਹਾਂ ਦੇ ਨਾਲ ਥਲ ਡੂੰਗਰ ਪੱਧਰੇ ਅਤੇ ਉੱਚੇ ਨੀਵੇਂ ਥਾਂ ਗਾਏ ਹਨ, ਭਵਿਓਮ ਭਰਮਦੇ ਰਹੇ ਹਾਂ ਇਹਨਾਂ ਲੱਤਾਂ ਦੇ ਆਸਰੇ। ਅੱਜ ਫਰੀਦਾ ਕੂਜੜਾ, ਅਤੇ ਹੁਣ ਹਾਲਤ ਕੀ ਹੋ ਗਈ ਹੈ ਕਿ ਜਿਹੜਾ ਸਰੀਰ ਹੈ ਉਹ ਮੰਜੇ 'ਤੇ ਹੈ, ਅਤੇ ਜਿਹੜਾ ਕੂਜੜਾ ਭਾਵ ਪਾਣੀ ਵਾਲਾ ਕੁੱਜਾ ਘੜਾਦਕ ਹੈ ਉਹ ਨੁੱਕਰ ਦੇ ਵਿੱਚ ਪਿਆ ਆ, ਅਤੇ ਉਹ ਪਕੜਿਆ ਨਹੀਂ ਜਾ ਰਿਹਾ। ਉਹਦੇ ਤੱਕ ਪਹੁੰਚਣਾ ਵੀ ਹੁਣ 100 ਕੋਹਾਂ ਵਰਗਾ ਲੱਗ ਰਿਹਾ ਹੈ ਕਿ ਸਰੀਰ ਦੇ ਵਿੱਚ ਜਰਾ ਜਿੰਨਾ ਵੀ ਬਲ ਨਹੀਂ ਰਿਹਾ। ਹੁਣ ਇਸ ਕਰਕੇ ਜੀਵਨ ਦੇ ਵਿੱਚ ਜਦੋਂ ਬਾਬਾ ਫਰੀਦ ਸਾਹਿਬ ਜੀ ਨੇ ਤਾਂ ਪਹਿਲੇ ਸਲੋਕ ਨਾਲ ਭਾਵ ਜੁੜਦਾ ਹੈ ਕਿ ਜਦੋਂ ਜ਼ਿੰਦਗੀ ਦੇ ਵਿੱਚ ਮੰਦ ਕਰਮ ਕਰਨੇ ਸੀ, ਉਦੋਂ ਇਹਨਾਂ ਲੱਤਾਂ ਦਾ ਪ੍ਰਯੋਗ ਬੜਾ ਚੰਗਾ ਕੀਤਾ। 2 ਕਿਲੋਮੀਟਰ ਦੂਰ ਵੀ ਚੱਲ ਕੇ ਗਿਆ ਜਾਂ ਵਾਹਨ 'ਤੇ ਗਿਆ ਕਿ ਨਸ਼ੇ ਦੀ ਪੂਰਤੀ ਕਰਨੀ ਹੈ ਜਾਂ ਮੰਦ ਕਰਮ ਦੀ ਪੂਰਤੀ ਕਰਨੀ ਹੈ। ਪਰ ਜਦੋਂ ਉਹੀ ਜੀਵਨ ਨੂੰ ਸਾਫ਼ ਕਰਨ ਦੇ ਲਈ, ਉਹੀ ਜੀਵਨ ਨੂੰ ਪਵਿੱਤਰ ਕਰਨ ਦੇ ਲਈ ਧਰਮ ਦੇ ਮਾਰਗ ਵੱਲ ਚੱਲਣਾ ਪਿਆ, ਤਾਂ ਕੁਝ ਕਦਮਾਂ ਦੀ ਵਾਟ ਨੂੰ ਵੀ ਬੜਾ ਵੱਡਾ ਮੰਨਿਆ। ਕਹਿਣ ਲੱਗਾ ਨਹੀਂ ਗੁਰੂ ਘਰ ਦੂਰ ਹੈ। ਤਾਂ ਬਾਬਾ ਫਰੀਦ ਸਾਹਿਬ ਜੀ ਆਖਦੇ ਇੰਨੀ ਨਿੱਕੀ ਜੰਗੀ ਹੈ ਇਹਨਾਂ ਲੱਤਾਂ ਦੇ ਨਾਲ, ਜਿਨ੍ਹਾਂ ਦੇ ਵਿੱਚ ਤਾਕਤ ਸੀ, ਬਲ ਸੀ। ਬੜੇ ਪਤਾਲ ਆਕਾਸ਼ ਜਿਹੜੇ ਹਨ, ਮੈਦਾਨ ਆਦਿ ਗਾਏ ਹਨ, ਪਹਾੜੀ ਜਿਹੜੇ ਉਬੜ ਖਾਬੜ ਏਰੀਏ ਹੁੰਦੇ ਨੇ ਸਾਰੇ ਗਾਹੇ ਹਨ। ਕਹਿੰਦੇ ਅੱਜ ਫਰੀਦਾ ਕੂਜੜਾ ਸਹਿ ਕੋਹਾਂ ਥੀ ਓਮ। ਅਤੇ ਕਾਲ ਦੀ ਮਾਰ ਦਾ ਰੂਪ ਦੇਖ, ਜਿਨ੍ਹਾਂ ਦੇ ਨਾਲ ਇੰਨਾ ਕੁਝ ਭਰਮਣ ਕਰਦਾ ਰਿਹਾ ਹਾਂ, ਉਹਨਾਂ ਦੇ ਵਿੱਚ ਇੰਨਾ ਵੀ ਬਲ ਨਹੀਂ ਕਿ ਨੁੱਕਰ ਦੇ ਵਿੱਚ ਪਿਆ ਹੋਇਆ ਪਾਣੀ ਦਾ ਘੜਾ ਚੁੱਕ ਕੇ ਪੀ ਲਵਾਂ। ਇਹ ਵੀ 100 ਕੋਹਾਂ ਵਰਗਾ ਲੱਗਦਾ ਹੈ। ਹੁਣ ਬਾਬਾ ਫਰੀਦ ਸਾਹਿਬ ਜੀ ਨੇ ਇਹਦੇ ਵਿੱਚ ਇੱਕ ਸਾਨੂੰ ਭਾਵ ਦ੍ਰਿੜ ਕਰਾਇਆ। ਉਹ ਭਾਵ ਇਹ ਹੈ ਕਿ ਜੀਵਨ ਦੇ ਵਿੱਚ ਜਦ ਲੱਤਾਂ ਦੇ ਵਿੱਚ ਬਲ ਸੀ, ਕਿਤੇ ਵੀ ਚੱਲ ਕੇ ਜਾ ਸਕਦਾ ਸੀ, ਪਰ ਉਦੋਂ ਜਿਹੜਾ ਹੈ ਜਿਵੇਂ ਭਵਿਓਮ ਦਾ ਭਾਵ ਹੈ, ਉਦੋਂ ਕੇਵਲ ਭਟਕਦਾ ਰਿਹਾ, ਘੁੰਮਦਾ ਰਿਹਾ, ਇੱਕ ਜਗ੍ਹਾ ਥਿਰ ਨਹੀਂ ਹੋਇਆ। ਜਾਂ ਜਿਹੜੀ ਚੱਲਣ ਦੀ ਵੀ ਸਾਰੀ ਘੁਮੱਕੜ ਹੋਣ ਦੀ ਵੀ ਸਾਰੀ ਪ੍ਰਕਿਰਿਆ ਸੀ, ਉਹ ਕਿਸੇ ਚੰਗੇ ਮਾਰਗ ਵੱਲ ਨਹੀਂ ਗਈ। ਜਿਵੇਂ ਨੌਜਵਾਨ ਦੀਆਂ ਲੱਤਾਂ ਕੰਮ ਕਰਦੀਆਂ ਨੇ, ਪਰ ਕਿੰਨੇ ਕੁ ਕਦਮ ਨੇ ਜਿਹੜੇ ਉਹਦੇ ਠੀਕ ਤਰਫ ਚੱਲਦੇ ਨੇ।
ਅਵਾਰਾਗਰਦੀ ਦੀ ਤਰਫ ਜ਼ਿਆਦਾ ਚੱਲਦੇ ਨੇ ਜਾਂ ਬੇਅਰਥੀ ਵੱਲ ਵੱਧ ਚੱਲਦੇ ਨੇ। ਤਾਂ ਬਾਬਾ ਫਰੀਦ ਸਾਹਿਬ ਜੀ ਕਹਿੰਦੇ ਜਦੋਂ ਮਨੁੱਖ ਦੇ ਪਾਸ ਚੱਲਣ ਦਾ ਤਾਣ ਹੁੰਦਾ ਹੈ ਉਦੋਂ ਬਸ ਵਿਅਰਥ ਥਾਵਾਂ 'ਤੇ ਘੁੰਮਦਾ ਫਿਰਦਾ ਹੀ ਰਹਿੰਦਾ ਹੈ। ਹੁਣ ਜਦੋਂ ਜੀਵਨ 'ਚ ਬਲ ਮੁੱਕ ਜਾਂਦਾ ਹੈ ਉਦੋਂ ਖਿਆਲ ਵੀ ਨਹੀਂ ਆਉਂਦਾ ਕਿ ਇਹਨਾਂ ਲੱਤਾਂ ਦਾ ਬਲ ਕਿਸੇ ਦਿਨ ਮੱਧਮ ਪੈ ਜਾਏਗਾ। ਕਹਿੰਦੇ ਅੱਜ ਮੱਧਮ ਪਿਆ ਹੈ ਤਾਂ ਸਮਝ ਆ ਰਹੀ ਹੈ ਕਿ ਆਹ ਜਿਹੜਾ ਕੜਾ ਹੈ ਵੀ 100 ਕੋਹਾਂ ਵਰਗਾ ਲੱਗਦਾ ਹੈ। ਇਸ ਲੋਕ ਦਾ ਅੰਤਰੀਵ ਭਾਵ ਹੈ ਇੰਨੀ ਨਿੱਕੀ ਜੰਗੀ ਹੈ। ਜਿਵੇਂ ਹੁਣ ਮਨੁੱਖ ਨੇ ਚੱਲ ਕੇ ਜਾਣਾ, ਲੱਤਾਂ ਚਾਹੀਦੀਆਂ ਨੇ, ਤਾਂ ਬਾਬਾ ਫਰੀਦ ਸਾਹਿਬ ਜੀ ਕਹਿੰਦੇ ਜਿਹੜਾ ਵਾਸਨਾ ਦੇ ਪੱਧਰੇ ਮੈਦਾਨ ਹਨ, ਉੱਚੇ ਨੀਵੇਂ ਮੈਦਾਨ ਹਨ, ਇਸ ਮਨ ਦੀਆਂ ਜਿਹੜੀਆਂ ਲੱਤਾਂ ਦੇ ਵਿੱਚ ਬਲ ਸੀ, ਇਸ ਮਨ ਨੇ ਉਹਨਾਂ ਲੱਤਾਂ ਦੇ ਉੱਪਰ ਸਵਾਰ ਹੋ ਕੇ ਵਾਸਨਾ ਦੇ ਤਹਿਤ ਬੜੀਆਂ ਥਾਵਾਂ 'ਤੇ ਭਟਕਾਇਆ ਹੈ। ਕਦੀ ਕਿਤੇ ਗਿਆ ਮਨੁੱਖ, ਕਦੀ ਕਿਤੇ ਗਿਆ ਹੈ। ਅਤੇ ਕਹਿੰਦੇ ਆਪਣੇ ਯਤਨ ਕਰਕੇ ਵਾਸਨਾ ਤੋਂ ਨਹੀਂ ਹਟ ਸਕਿਆ। ਭਾਵ ਕਿ ਜੇ ਲੱਤਾਂ ਦਾ ਬਲ ਬਣਿਆ ਰਹਿੰਦਾ ਤਾਂ ਇੰਨੀ ਚੱਲੀ ਜਾਣਾ ਸੀ। ਕਹਿੰਦੇ ਮਨ ਨੇ ਜਿਹੜਾ ਜਵਾਨੀ ਦੇ ਬਲ ਹੈ ਉਹਦਾ ਪ੍ਰਯੋਗ ਗਲਤ ਤਰਫ ਕਰਵਾ ਲਿਆ ਕਿ ਜਿਹੜੇ ਕਦਮਾਂ ਨੂੰ ਪ੍ਰੇਰ ਕੇ ਸਦਮਾਰਗ ਵੱਲ ਲਿਜਾਣਾ ਸੀ ਉਹੀ ਕਦਮ ਜਿਹੜੇ ਹਨ ਵਿਕਾਰਾਂ ਦੇ ਭਾਵ ਵੱਲ ਦੇ ਚੱਲਦੇ ਰਹੇ ਹਨ। ਅੱਜ ਫਰੀਦੈ ਕੂਜੜਾ। ਅਤੇ ਅੱਜ ਜਦੋਂ ਸਰੀਰ ਦਾ ਬਲ ਘਟ ਗਿਆ ਹੈ ਅਤੇ ਆਪਣੇ ਹੀ ਵਾਸਨਾ ਦੇ ਮਗਰ ਕੀਤੇ ਹੋਏ ਕਰਮਾਂ ਦੀ ਕੇਂਦਰ ਨੂੰ ਦੇਖਦੇ ਹਾਂ ਤਾਂ ਫਿਰ ਲੱਗਦਾ ਹੈ, ਜਦੋਂ ਲੱਤਾਂ 'ਚ ਬਲ ਸੀ ਅਤੇ ਮਨ 'ਚ ਵਾਸਨਾ ਸੀ ਉਦੋਂ ਲੱਗਦਾ ਸੀ ਕਿ ਮੰਦ ਕਰਮ ਕਰਨ ਲੱਗਿਆਂ ਕਿੰਨਾ ਕੁ ਟਾਈਮ ਲੱਗੇਗਾ। ਕਹਿੰਦੇ ਪਰ ਅੱਜ ਜਦੋਂ ਲੱਤਾਂ ਵਿੱਚ ਬਲ ਨਹੀਂ ਰਿਹਾ, ਸਹਿ ਕੋਹਾਂ ਥੀ ਓਮ, ਅਤੇ ਇਹ ਜਿਹੜੇ ਵਾਸਨਾ ਦੇ ਕਰਮ ਹਨ ਭਾਵੇਂ ਨੇੜੇ ਹੀ ਉਪਲਬਧ ਕਰਵਾ ਦਿਓ ਤਾਂ ਵੀ 100 ਕੋਹਾਂ ਵਰਗੇ ਲੱਗਣਗੇ। 100 ਕੋਹਾਂ ਵਰਗੀ ਦੂਰੀ ਪ੍ਰਤੀਤ ਹੋਵੇ ਕਿਉਂਕਿ ਜੀਵਨ ਦੇ ਵਿੱਚ ਬਲ ਨਹੀਂ ਰਿਹਾ। ਇਹਦਾ ਅੰਤਰੀਵ ਭਾਵ ਇੱਕ ਹੋਰ ਵੀ, ਅੱਜ ਫਰੀਦੈ ਕੂਜੜਾ। ਬਾਬਾ ਫਰੀਦ ਸਾਹਿਬ ਜੀ ਆਖਦੇ ਹਨ ਕਿ ਚੰਗਾ ਹੋਇਆ ਕਿ ਜੀਵਨ ਦਾ ਜਿਹੜਾ ਬਲ ਹੈ ਉਹ ਮੱਧਮ ਪੈ ਗਿਆ। ਹੁਣ ਮੱਧਮ ਪਿਆ ਬਲ ਸਾਨੂੰ ਇੱਕ ਸੰਕੇਤ ਕਰ ਰਿਹਾ ਬਾਰ-ਬਾਰ ਕਿ ਹੁਣ ਤਾਂ ਭੱਜ ਕੇ ਪਾਪ ਕਰਮ ਵੱਲ ਜਾਇਆ ਨਹੀਂ ਜਾਣਾ। ਹੁਣ ਤਾਂ ਤੇਰੇ ਕੋਲੋਂ ਇਹਨਾਂ ਨੇਤਰਾਂ ਦੇ ਨਾਲੋਂ ਦੂਰੋਂ ਪਛਾਣ ਕੇ ਵਾਸਨਾ ਦੇ ਦ੍ਰਿਸ਼ ਦੀ ਪੂਰਤੀ ਨਹੀਂ ਕਰ ਹੋਣੀ। ਹੁਣ ਤਾਂ ਵਿਖਿਆ ਭਰੇ ਗੀਤ ਨਹੀਂ ਸੁਣੇ ਜਾਣੇ। ਸਰੀਰ ਬਿਲਕੁਲ ਹੀ ਨਿਸ਼ਕਿਰਿਆ ਕਰ ਦਿੱਤਾ ਹੈ ਜਰਾ ਰੋਗ ਨੇ। ਤਾਂ ਕਹਿੰਦੇ ਫਿਰ ਆਉਂਦਾ ਅੱਜ ਫਰੀਦੈ ਕੂਜੜਾ ਕਿ ਇਹ ਬੁੱਢੇ ਹੋਏ ਸਰੀਰ ਦਾ ਮੁੱਕੇ ਹੋਏ ਬਲ ਦਾ ਵੀ ਧੰਨਵਾਦ ਹੈ ਕਿ ਘੱਟੋ ਘੱਟ ਇਹਨੇ ਮੈਨੂੰ ਵਾਸਨਾ ਦੀ ਤਰਫ ਤੋਂ ਰੋਕ ਲਿਆ ਹੈ। ਕਿਉਂਕਿ ਹੁਣ ਜਦੋਂ ਇਹਦੇ 'ਚ ਬਲ ਹੀ ਨਹੀਂ ਹੈ, ਮੇਰੇ ਗਾੜੀ ਕਿੰਨੇ ਮਰਜ਼ੀ ਨਾਚ ਗਾਣੇ ਕਰੀ ਜਾਓ, ਜਦੋਂ ਚੱਲ ਹੀ ਨਹੀਂ ਸਕਦਾ ਸਰੀਰ ਦਾ ਬਲ। ਇਸ ਕਰਕੇ ਕਹਿੰਦੇ ਇਸ ਤਰ੍ਹਾਂ ਦਾ ਅੱਜ ਫਰੀਦੈ ਕੂਜੜਾ। ਇਹ ਉਸ ਅੱਲਾਹ ਤਾਲਾ ਦਾ ਧੰਨਵਾਦ ਹੈ ਜਿਹਨੇ ਸਰੀਰ ਨੂੰ ਬੁਢਾਪੇ ਦੀ ਅਹੁਦ 'ਤੇ ਲੈ ਆਂਦਾ ਹੈ ਅਤੇ ਮੇਰੇ ਕੋਲੋਂ ਵਾਸਨਾ ਦੇ ਮਗਰ ਭਟਕਣ ਦੀ ਜਿਹੜੀ ਹੈ ਸਾਰੀ ਜਿਹੜੀ ਭਟਕਣ ਹੈ ਉਹਦਾ ਖਹਿੜਾ ਛਡਵਾ ਦਿੱਤਾ ਹੈ। ਹੁਣ ਵੱਡੀ ਗੱਲ ਇਹ ਹੈ ਕਿ ਇਹਨਾਂ ਪੱਖਾਂ ਨੂੰ ਬੰਦਾ ਗਿਆਨ ਦੇ ਚਿੰਤਨ ਵਿੱਚ ਨਹੀਂ ਲੈਂਦਾ। ਮੈਨੂੰ ਆਪਣੇ ਜੀਵਨ ਦੇ ਵਿੱਚ ਇੱਕ ਬਜ਼ੁਰਗ ਯਾਦ ਨੇ, ਉਹਨਾਂ ਨੇ ਸਾਰਾ ਦਿਨ ਗੁਰਦੁਆਰੇ ਬੈਠੇ ਰਹਿਣਾ, ਸੇਵਾ ਵੀ ਕਰਨੀ, ਅਭਿਆਸ ਵੀ ਕਰਨਾ। ਇੱਕ ਦਫਾ ਮੈਂ ਉਹਨਾਂ ਨੂੰ ਪੁੱਛਿਆ ਜੀ ਤੁਸੀਂ ਪਰਿਵਾਰ ਵੀ ਹੋਏਗਾ ਤੁਹਾਡਾ, ਹੋਰ ਵੀ ਕਈ ਹੋਣਗੇ, ਤਾਂ ਜਾਂਦੇ ਨਹੀਂ ਕਦੇ ਉਹਨਾਂ ਨੂੰ ਮਿਲਣ ਜਾਂ ਕਦੇ ਇੱਥੇ ਦੇਖਿਆ ਤੁਹਾਨੂੰ ਜਿਤਨਾ ਸਮਾਂ ਹੋ ਗਿਆ। ਉਹ ਕਹਿਣ ਲੱਗੇ ਹੁਣ ਕਿਸੇ ਥਾਂ ਦੇ ਜਾਣ ਦਾ ਕੋਈ ਅਰਥ ਵੀ ਨਹੀਂ ਹੈ। ਜੇ ਮੰਨ ਲਾ ਕਹਿੰਦਾ ਕਿ ਬੱਚਿਆਂ ਦੀ ਰਿਸ਼ਤੇਦਾਰੀਆਂ ਵਿੱਚ ਪਾਉਂਦਾ ਫਿਰਾਂ ਤਾਂ ਤੁਹਾਨੂੰ ਪਤਾ ਹੈ ਕਿ ਜਿਹੜੇ ਬਜ਼ੁਰਗ ਬੰਦੇ ਨੇ ਉਹ ਪੈਲਸ ਦੀ ਇੱਕ ਸਾਈਡ 'ਤੇ ਬਿਠਾਏ ਹੁੰਦੇ ਨੇ, ਮਾੜਾ ਮੋਟਾ ਪਾਣੀ ਫੜਾ ਦਿੰਦੇ ਨੇ। ਜਦ ਕਹਿੰਦਾ ਹੁਣ ਮੇਰੇ ਜੀਵਨ ਦਾ ਪ੍ਰਯੋਗ ਹੀ ਨਹੀਂ ਹੈ, ਕੁਦਰਤੀ ਹੈ ਮੇਰੇ ਜੀਵਨ 'ਚ ਨਾ ਮੈਂ ਕਿਸੇ ਨੂੰ ਅੱਗੇ ਵੱਧ ਕੇ ਮਿਲ ਸਕਦਾ, ਨਾ ਮੇਰੇ ਤੱਕ ਆਉਣ ਦੀ ਕੋਈ ਚਾਹਤ ਰੱਖਦਾ ਹੈ, ਫਿਰ ਮੈਂ ਆਪਣੇ ਜੀਵਨ ਨੂੰ ਦੂਜੇ ਪੱਧਰ ਦੀ ਭਟਕਣ 'ਚ ਕਿਉਂ ਪਾਵਾਂ। ਜੇ ਪਤਾ ਮੈਨੂੰ ਮੇਰਾ ਬਲ ਮੁੱਕ ਗਿਆ, ਪਰ ਬਲ ਮੁੱਕਿਆ ਚੰਗਾ ਹੈ, ਘੱਟੋ ਘੱਟ ਇੱਕ ਜਗ੍ਹਾ ਬਹਿਣ ਜੋਗਾ ਹੋਇਆ ਹਾਂ। ਇਸ ਕਰਕੇ ਬਾਬਾ ਫਰੀਦ ਸਾਹਿਬ ਜੀ ਕਹਿੰਦੇ ਚਿੰਤਨ ਵਿੱਚ ਨਹੀਂ ਢਾਲਦਾ ਬੰਦਾ, ਆਪਣੇ ਨੂੰ ਉਹਦਾ ਰੋਸ ਬਣਾ ਲੈਂਦਾ ਹੈ। ਅਕਸਰ ਬਜ਼ੁਰਗ ਰੋਸ ਕਰਦੇ ਮਿਲਣਗੇ ਸਰੀਰ ਦਾ ਬਲ ਮੁੱਕ ਗਿਆ, ਅਤੇ ਬਲ ਮੁੱਕ ਗਿਆ ਅਤੇ ਤਾਂ ਵੀ ਇੱਕ ਜਗ੍ਹਾ ਨਹੀਂ ਬੈਠ ਰਹੇ। ਸਫ਼ਰ ਦੇ ਵਿੱਚ ਦੇਖੀਦਾ ਹੈ, ਖੁਦ ਆਪਣੀ ਅਵਸਥਾ ਠੀਕ ਹੋਣ ਕਰਕੇ ਵੀ ਸਫ਼ਰ ਬੜਾ ਮੁਸ਼ਕਿਲ ਲੱਗਦਾ ਹੈ, ਤਾਂ ਵੀ ਬਜ਼ੁਰਗ ਭੱਜੇ ਫਿਰਨਗੇ। ਇਹਦਾ ਮਤਲਬ ਕੀ ਹੈ ਕਿ ਜੀਵਨ ਦੇ ਵਿੱਚ ਅਜੇ ਕਿਤੇ ਠਹਿਰਾਓ ਨਹੀਂ ਆ ਰਿਹਾ। ਪ੍ਰਕਿਰਤੀ ਨੇ ਜਾਂ ਸਰੀਰਕ ਰਚਨਾ ਦੇ ਵਿਧਾਨ ਨੇ ਤਾਂ ਠਹਿਰਾਓ ਵਿੱਚ ਲੈ ਆਂਦਾ ਹੈ ਕਿ ਤੇਰਾ ਬਲ ਮੁੱਕ ਗਿਆ, ਤੂੰ ਇੱਕ ਜਗ੍ਹਾ ਟਿਕ ਕੇ ਬੈਠ ਜਾ। ਹੁਣ ਉਦਾਹਰਨ ਦੇ ਤੌਰ 'ਤੇ ਪੰਛੀ ਦਾ ਪਰ ਕੱਟਿਆ ਜਾਏ, ਉਹ ਵਿਚਾਰਾ ਉੱਡਣ ਦੀ ਬਹੁਤੀ ਕੋਸ਼ਿਸ਼ ਨਹੀਂ ਕਰਦਾ, ਉਹਨੂੰ ਪਤਾ ਪਰ ਕੱਟਿਆ ਗਿਆ। ਬੰਦੇ ਦੇ ਜੀਵਨ ਦੇ ਸਾਰੇ ਬਲ ਮੁੱਕ ਜਾਂਦੇ ਨੇ ਤਾਂ ਵੀ ਉੱਡਣ ਦੀ, ਚੱਲਣ ਦੀ, ਭੱਜਣ ਦੀ ਚਾਹਤ ਬਣੀ ਰਹਿੰਦੀ ਹੈ। ਤਾਂ ਬਾਬਾ ਫਰੀਦ ਸਾਹਿਬ ਜੀ ਕਹਿੰਦੇ ਅੱਜ ਫਰੀਦੈ ਕੂਜੜਾ,
ਇਸ ਕਰਕੇ ਜੇ ਸਰੀਰ ਦਾ ਬਲ ਮੱਧਮ ਹੋਇਆ ਹੈ ਤੇ ਇਹ ਵੀ ਚੰਗਾ ਹੈ, ਘੱਟੋ ਘੱਟ ਵਾਸਨਾ ਦੀ ਤਰਫੋਂ ਤੇਰੇ ਕਦਮ ਰੁਕੇ ਨੇ। ਜੇ ਅੱਜ ਨੇਤਰਾਂ ਦੁਆਰਾ ਦ੍ਰਿਸ਼ ਜਿਹੜਾ ਹੈ ਪੂਰੀ ਤਰ੍ਹਾਂ ਸਪਸ਼ਟ ਨਹੀਂ ਨਜ਼ਰ ਆ ਰਿਹਾ ਤੇ ਚੰਗੀ ਗੱਲ ਹੈ, ਚੰਗੀ ਗੱਲ ਹੈ। ਜੇ ਅੱਜ ਦ੍ਰਿਸ਼ ਨਹੀਂ ਨਜ਼ਰ ਆ ਰਿਹਾ, ਜਦੋਂ ਨਕਸ਼ ਨਹੀਂ ਪਤਾ ਲੱਗੇਗਾ, ਉਹ ਧੁੰਦਲਾ ਦਿਖਾਈ ਦੇਗਾ, ਉਹਦੇ ਨਾਲ ਵਾਸਨਾ ਕੀ ਪੈਦਾ ਕਰੇਗਾ। ਕੁਦਰਤੀ ਜੇ ਅੱਜ ਚੰਗਾ ਨਹੀਂ ਸੁਣਾਈ ਦੇ ਰਿਹਾ, ਕੋਈ ਗੱਲ ਨਹੀਂ, ਘੱਟੋ ਘੱਟ ਤੈਨੂੰ ਪਛਾਣਤ ਨਹੀਂ ਕਰਨੀ ਆ ਰਹੀ ਵੀ ਇਹ ਵਾਕ ਨਿੰਦਿਆ ਦੇ ਨੇ ਜਾਂ ਗੀਤ ਕਿਹੜੇ ਨੇ, ਜੇ ਸੁਣਨ 'ਚ ਮੱਧਮ ਹੋ ਗਿਆ। ਇਸ ਕਰਕੇ ਜੇ ਹੱਥ ਕਰਮ ਕਰਨ ਤੋਂ ਮੁਸ਼ਕਿਲ ਹੋ ਗਈ ਹੈ ਤਾਂ ਵੀ ਚੰਗੀ ਹੈ, ਘੱਟੋ ਘੱਟ ਹੁਣ ਅਪਰਾਧ ਕਰਮ ਵੱਲ ਤਾਂ ਨਹੀਂ ਜਾਏਗਾ, ਕੋਈ ਕਿਸੇ ਤਰ੍ਹਾਂ ਦੇ ਮੰਦ ਕਰਮ ਵਜੇ ਪਾਚਨ ਕਿਰਿਆ ਖਤਮ ਹੋ ਗਈ ਹੈ ਤਾਂ ਵੀ ਚੰਗਾ ਹੈ, ਕੋਈ ਬੁਰਿਆਂ ਪਦਾਰਥਾਂ ਨੂੰ, ਨਸ਼ੀਲਿਆਂ ਪਦਾਰਥਾਂ ਨੂੰ ਸਰੀਰ ਵਿੱਚ ਜਗ੍ਹਾ ਤਾਂ ਨਹੀਂ ਦੇਵੇਗਾ। ਇਸ ਕਰਕੇ ਆਖਦੇ ਅੱਜ ਫਰੀਦਾ ਕੂਜੜਾ ਸਹਿ ਕੋਹਾਂ ਥੀ ਓਮ। ਕਹਿਣ ਲੱਗੇ ਕਾਲ ਦੇ ਚੱਕਰ ਨੇ ਸਰੀਰ ਨੂੰ ਬੁਢਾਪੇ 'ਤੇ ਲਿਆ ਕੇ ਅਤੇ ਵਕਾਰਾਂ ਤੋਂ 100 ਕੋਹ ਦੀ ਦੂਰੀ ਬਣਾ ਦਿੱਤੀ ਹੈ। ਇਸ ਕਰਕੇ ਬਾਬਾ ਫਰੀਦ ਸਾਹਿਬ ਜੀ ਆਖਦੇ ਹਨ ਸਹਿ ਕੋਹਾਂ ਥੀ ਓਮ। ਕਹਿਣ ਲੱਗੇ ਸਾਨੂੰ ਇਕੱਲਾ ਘੜਾ ਨਹੀਂ ਦੂਰ ਲੱਗਦਾ, ਗੱਲ ਕੀਤੀ ਹੈ ਉਹਨਾਂ ਘੜੇ ਦੀ, ਪਰ ਭਾਵ ਸਮਝਾਇਆ ਗਹਿਰਾ। ਗੱਲ ਕੀ ਹੈ ਵੀ ਘੜਾ ਨੁੱਕਰ ਦੇ ਹੁਣ ਕੁਦਰਤੀ ਹੈ ਕਿ ਉਹਦੇ ਤੱਕ ਤਾਂ ਵੇਖੋ ਬਾਬਾ ਫਰੀਦ ਸਾਹਿਬ ਜੀ ਦੀ ਆਜੂ ਬੜੀ ਵੱਡੀ ਹੋਈ ਹੈ, ਹੁਣ ਕੁਦਰਤੀ ਹੈ, ਭਾਵੇਂ ਬਜ਼ੁਰਗ ਵੀ ਹੈ, ਚਲੋ ਰਿੜ ਕੇ ਕਿਸੇ ਢੰਗ ਨਾਲ ਆਪਣੇ ਘੜੇ ਤੱਕ ਪਹੁੰਚ ਸਕਦਾ, ਆਵਾਜ਼ ਲਗਾ ਸਕਦਾ, ਕੋਈ ਨੇੜਿਓਂ ਦੇ ਦੇਗਾ। ਪਰ ਉਹਨੇ ਜਿਹੜਾ ਸਹਿ ਕੋਹਾਂ ਕਿਹਾ ਹੈ ਕਿ ਹੁਣ ਇੰਨਾ ਜ਼ਿਆਦਾ ਹੈ, ਹੁਣ ਕੁਦਰਤੀ ਹੈ ਕਿ ਜਦੋਂ ਸਰੀਰ 'ਚ ਕੋਈ ਬਲ ਰਿਹਾ ਹੀ ਨਹੀਂ ਅਤੇ ਉਹਦੇ ਸਾਹਮਣੇ ਵਕਾਰ ਦਾ, ਜਿਵੇਂ ਇੱਕ ਬਜ਼ੁਰਗ ਹੈ ਉਹਦੇ ਸਰੀਰ 'ਚ ਕੋਈ ਬਲ ਹੀ ਨਹੀਂ ਹੈ, ਉਹਦੇ ਸਾਹਮਣੇ ਵੇਸਵਾਖਾਨਾ ਬਣਾ ਦਿਓ, ਕਿਵੇਂ ਚੱਲ ਲਏਗਾ। ਇਸ ਕਰਕੇ ਬਾਬਾ ਫਰੀਦ ਸਾਹਿਬ ਜੀ ਕਹਿਣ ਲੱਗੇ ਇਹ ਕੁਦਰਤ ਦਾ ਇੱਕ ਨੇਮ ਜਿਹਨੇ ਮੈਨੂੰ ਇਸ ਪੜਾਅ 'ਤੇ ਲਿਆਂਦਾ, ਇਹਦਾ ਧੰਨਵਾਦੀ ਹਾਂ ਕਿ ਹੁਣ ਜਿਹੜੇ ਵਕਾਰਾਂ ਦੇ ਕਰਨ ਵਾਲੇ ਕਰਮ ਨੇ ਉਹ ਭਾਵੇਂ ਨੇੜੇ ਵੀ ਹਨ ਪਰ ਬੜੇ ਦੂਰ ਲੱਗਦੇ ਨੇ, ਪਤਾ ਸਾਡੇ ਕੋਲ ਨਹੀਂ ਆਉਣੇ। ਇਸ ਕਰਕੇ ਬਾਬਾ ਫਰੀਦ ਸਾਹਿਬ ਜੀ ਆਖਦੇ ਅੱਜ ਫਰੀਦਾ ਕੂਜੜਾ ਸਹਿ ਕੋਹਾਂ ਥੀ ਓਮ। ਇਹਨੂੰ ਕਹਿੰਦੇ ਨੇ ਭਾਵ ਚੀਨਣ। ਭਾਵ ਚੀਨਣ ਦਾ ਮਤਲਬ ਹੁੰਦਾ ਹੈ ਕਿ ਜੀਵਨ ਦੀ ਜਿਸ ਅਵਸਥਾ ਵਿੱਚ ਚੱਲ ਰਹੇ ਹੋ ਉਹਦਾ ਮੁਲਾਂਕਣ, ਉਹਦਾ ਵਿਸ਼ਲੇਸ਼ਣ ਅਤੇ ਉਹਦੀ ਗਹਿਰੀ ਸਮਝ ਪੈਦਾ ਕਰਦੇ ਜਾਓ। ਪਰ ਮੁਸ਼ਕਿਲ ਇਹ ਹੈ ਬੰਦੇ ਦੀਆਂ ਜਿਤਨੀਆਂ ਵੀ ਸਰੀਰਕ ਅਵਸਥਾਵਾਂ ਲੰਘਦੀਆਂ ਨੇ ਉਹਦੇ ਵਿੱਚ ਉਹਦੀ ਕੋਈ ਸਮਝ ਗਹਿਰੀ ਨਹੀਂ ਹੁੰਦੀ, ਕੋਈ ਸਮਝ ਗਹਿਰੀ ਨਹੀਂ ਹੁੰਦੀ। ਇੱਕ ਬਚਪਨ ਵਿੱਚ ਅਵਸਥਾ 'ਤੇ ਚੱਲ ਰਹੇ ਬੱਚੇ ਨੂੰ ਖਾਣ ਪੀਣ ਖੇਡਣ ਤੋਂ ਇਲਾਵਾ ਦੂਜੀ ਕੋਈ ਸੁੱਧ ਨਹੀਂ ਹੈ। ਉਹਨੂੰ ਨਹੀਂ ਪਤਾ ਕਿ ਜੀਵਨ ਦੀ ਇਹ ਅਵਸਥਾ ਬੜੀ ਪਵਿੱਤਰ ਹੈ। ਹੁਣ ਦੇਖ ਸਿਆਣੇ ਪੁਰਖਾਂ ਨੇ ਬੜੇ ਕਮਾਲ ਦੇ ਅਰਥ ਕੱਢੇ ਹਨ ਕਿ ਜਿਹੜਾ ਬਚਪਨ ਹੈ ਉਹ ਅਧਿਆਤਮਿਕ ਨੁਕਤੇ ਤੋਂ ਬੜਾ ਚੰਗਾ ਹੈ, ਕਿਉਂਕਿ ਹਿਰਦਾ ਪਵਿੱਤਰ ਹੁੰਦਾ ਹੈ, ਇਕਾਗਰਤਾ ਦੇ ਵਿੱਚ ਬੜੀ ਮਦਦ ਮਿਲਦੀ ਹੈ। ਅਤੇ ਜਿਨ੍ਹਾਂ ਦਾ ਕੋਈ ਬਚਪਨ ਵਿੱਚ ਸਿਮਰਨ ਅਭਿਆਸ ਬਣ ਜਾਂਦਾ, ਜ਼ਿੰਦਗੀ ਭਰ ਮੁੜ ਕੇ ਉਹਨਾਂ ਦੀ ਅਵਸਥਾ ਜਿਹੜੀ ਹੈ ਘਟਦੀ ਨਹੀਂ, ਇੱਕ ਰਸ ਰਹਿੰਦੀ ਹੈ, ਭਾਵੇਂ ਕਿੰਨੇ ਵੀ ਜੀਵਨ ਦੇ ਵਿੱਚ ਹੇਰ ਫੇਰ ਕਿਉਂ ਨਾ ਹੋ ਜਾਣ। ਕਹਿਣ ਲੱਗੇ ਜਿਹੜੇ ਜੋਬਨ ਅਵਸਥਾ ਉਹ ਵੀ ਬੜੀ ਚੰਗੀ ਹੈ ਕਿ ਉਹਦੇ ਵਿੱਚ ਸਰੀਰ ਪੂਰਾ ਕੰਮ ਕਰਦਾ, ਇਕਾਗਰਤਾ ਬਚਪਨ 'ਚ ਬਣ ਜਾਏ ਅਤੇ ਉਸ ਇਕਾਗਰਤਾ ਦੇ ਸਮੇਂ ਨੂੰ ਭਗਤੀ ਦੇ ਨਾਲ, ਸੇਵਾ ਦੇ ਨਾਲ, ਗਿਆਨ ਦੇ ਚਿੰਤਨ ਨਾਲ ਵਧਾਉਣਾ ਹੋਵੇ ਅਤੇ ਨੌਜਵਾਨੀ ਬੜੀ ਚੰਗੀ ਹੈ। ਕਿਉਂ 5-7 ਘੰਟੇ ਚੌਂਕੜਾ ਮਾਰ ਸਕਦਾ ਹੈ, 5-7 ਘੰਟੇ ਕਿਤਾਬ ਪੜ੍ਹ ਸਕਦਾ ਹੈ, 2-3 ਘੰਟੇ ਗਿਆਨ ਦੀ ਵਿਚਾਰ ਸੁਣ ਕੇ ਕਰ ਸਕਦਾ ਹੈ, ਮੈਮਰੀ ਨਵੀਂ ਹੈ, ਸਮਝ ਨਵੀਂ ਹੈ, ਸਭ ਕੁਝ ਵਧੀਆ ਹੈ। ਕਹਿਣ ਲੱਗੇ ਉਸ ਤੋਂ ਅੱਗੇ ਜਿਹੜਾ ਆ ਜਾਂਦਾ ਬੁਢਾਪਾ, ਜੇ ਇਹ ਦੋ ਅਵਸਥਾ ਸਾਂਭੀਆਂ ਹੋਣ ਤਾਂ ਜਿਹੜੀ ਬੁਢਾਪੇ ਦੀ ਅਵਸਥਾ ਹੈ ਉਹ ਫਿਰ ਗਹਿਰੀ ਸਮਝ ਇਹ ਰੱਖਦੀ ਹੈ ਕਿ ਉਹ ਆਪਣੇ ਬਚਪਨ ਦੇ ਕਮਾਏ ਹੋਏ ਅਨੁਭਵਾਂ ਨੂੰ ਗਿਆਨ ਰੂਪ ਦੇਣਾ ਸ਼ੁਰੂ ਕਰ ਦਿੰਦਾ ਹੈ। ਹੁਣ ਜਿਵੇਂ ਗੁਰੂ ਨਾਨਕ ਸਾਹਿਬ ਜੀ ਦੇ ਨਾਲ ਬਚਪਨ ਦੇ ਵਿੱਚ ਜਨੇਊ ਵਾਲੀ ਘਟਨਾ ਵਾਪਰੀ, ਪਰ ਬੁੱਧੀ ਇਕਾਗਰ ਹੋਣ ਕੇ, ਗਿਆਨਵਾਨ ਹੋਣ ਕਰਕੇ ਉਹ ਭਾਵ ਉਵੇਂ ਰੱਖੇ, ਬਾਅਦ 'ਚ ਉਹਦਾ ਗਿਆਨ ਰੂਪ ਬਣਾਇਆ ਦਇਆ ਕਪਾ ਸੰਤੋਖ ਸੂਤ ਜਤ ਗੰਢੀ ਸਤ ਵਟ। ਇਸ ਕਰਕੇ ਬਾਬਾ ਫਰੀਦ ਸਾਹਿਬ ਜੀ ਆਖਦੇ ਹਨ ਅੱਜ ਫਰੀਦਾ ਕੂਜੜਾ ਕਿ ਜੀਵਨ ਦਾ ਉਚਤਮ ਪ੍ਰਯੋਗ ਬੜਾ ਚੰਗਾ ਹੈ, ਪਰ ਜੇ ਮਨੁੱਖ ਨੂੰ ਕਰਨਾ ਆਵੇ ਤਾਂ ਸਾਡੀ ਵੇਖੋ ਅਸੀਂ ਜੀਵਨ ਦੀ ਕਿਹੜੀ ਅਵਸਥਾ ਦੇ ਵਿੱਚ, ਮੈਂ ਆਪਣੇ ਇਤਨੇ ਜੀਵਨ ਦੇ ਵਿੱਚ ਚੱਲ ਚੁੱਕਿਆ, ਜੇ ਕਹਿ ਲਈਏ ਨਾ 100 ਦੇ ਵਿੱਚੋਂ 1 ਜਾਂ 2 ਕਿਸੇ ਵੀ ਪੱਧਰ ਦਾ, ਬਜ਼ੁਰਗਾਂ ਦੇ ਤਲ ਦੀ ਗੱਲ ਕਰ ਲਈ ਜਾਈਏ, ਉਂਝ ਅਸੀਂ ਕਹਿੰਦੇ ਹਾਂ ਬਜ਼ੁਰਗ ਹੋ ਗਏ ਹਾਂ ਜੀ, ਅਸੀਂ ਇਹਨਾਂ ਦਾ ਸਤਿਕਾਰ ਕਰੋ, ਇਹਨਾਂ ਦਾ ਮਾਣ ਸਨਮਾਨ ਕਰੋ, ਠੀਕ ਹੈ, ਸੱਭਿਅਕ ਨੁਕਤੇ ਤੋਂ ਕਰਨਾ ਬਣਦਾ, ਕਰਦੇ ਵੀ, ਪਰ ਇਹਦੇ ਜੀਵਨ 'ਚ ਗਿਆਨ ਦੀ ਰੌਸ਼ਨੀ ਇੰਨੀ ਨਹੀਂ ਕਿ ਦੂਜੇ ਨੂੰ ਪ੍ਰਭਾਵਿਤ ਕਰ ਸਕੇ। ਇਹਦੇ ਜੀਵਨ ਦੇ ਵਿੱਚ ਬੁਢਾਪੇ ਦਾ ਕੋਈ ਵੱਡਾ ਅਨੁਭਵ ਨਹੀਂ ਹੈ, ਇਹਦੇ ਜੀਵਨ ਦੇ ਵਿੱਚ ਇਹਦੇ ਕੋਈ ਗਿਆਨ ਨਹੀਂ ਹੈ ਕਿ ਸਰੀਰ ਬੁੱਢਾ ਹੋਣ ਤੋਂ ਪਹਿਲਾਂ ਜਿਹੜਾ ਹੈ
ਆਪਣੀ ਜਿਹੜੀ ਵਾਸਨਾ ਨੂੰ ਕਿਵੇਂ ਰੋਕਣਾ, ਇਹ ਗਿਆਨ ਇਹਦੇ ਕੋਲੋਂ ਮੌਜੂਦ ਨਹੀਂ। ਕਈ ਵਾਰੀ ਬੜੀ ਹੈਰਾਨਗੀ ਹੋਈ, ਸਮਝਿਆ ਕਿ ਇਹਨਾਂ ਕੋਲੋਂ ਬੜਾ ਅਨੁਭਵ ਹੁੰਦਾ। ਜਾ ਕੇ ਬੈਠੋ, ਜਾ ਕੇ ਦੇਖਿਆ ਜਿੰਨੀਆਂ ਨੀਚ ਗੱਲਾਂ ਨੌਜਵਾਨ ਆਪਣੀ ਨੌਜਵਾਨੀ 'ਚ ਨਹੀਂ ਕਰਦਾ, ਉਨੀਆਂ ਬਜ਼ੁਰਗੀ 'ਚ ਕਰ ਰਹੇ ਨੇ। ਵਾਸਨਾ ਦੇ ਨਾਲ ਭਰੀਆਂ ਹੋਈਆਂ ਗੱਲਾਂ ਕਦੇ ਦੇਖ ਲੈਣਾ। ਇਹ ਕੋਈ ਇਕੱਲਾ ਮੇਰੇ ਦਾ ਅਨੁਭਵ ਨਹੀਂ ਹੈ। ਜਿੱਥੇ 5-7 ਹਮ ਉਮਰ ਬਜ਼ੁਰਗ ਬੈਠੇ ਹੋਣਗੇ, ਉਹ ਕੋਈ ਬਹੁਤੀ ਚੰਗੀ ਗੱਲ ਨਹੀਂ ਕਰ ਰਹੇ ਹੁੰਦੇ। ਬੜੀ ਬੁੱਧੀ ਚਕਤ ਰਹਿ ਜਾਂਦੀ ਹੈ ਕਿ ਉਮਰ ਦੇ ਇਸ ਪੜਾਅ 'ਤੇ ਆ ਕੇ ਵੀ ਆਹ ਕੁਝ ਚੱਲ ਰਿਹਾ ਹੈ। ਤਾਂ ਬਾਬਾ ਫਰੀਦ ਸਾਹਿਬ ਜੀ ਕਿਉਂਕਿ ਗਹਿਰੀ ਸਮਝ ਨਹੀਂ ਹੈ, ਕੇਵਲ ਸਰੀਰ ਬੁੱਢਾ ਹੋਇਆ। ਇਸ ਕਰਕੇ ਸ਼ੇਖ ਸਾਧ ਜੀ ਨੇ ਕਿਹਾ ਬਾਜੁਰਗੀ ਬਾ ਅਸਤ ਨਾ ਬਾ ਮਾਲ। ਜੇ ਅਨੁਭਵ ਗਹਿਰਾ ਨਹੀਂ ਹੁੰਦਾ ਤਾਂ ਬਜ਼ੁਰਗ ਨਹੀਂ ਕਿਹਾ ਜਾ ਸਕਦਾ। ਹਾਂ, ਇੰਨਾ ਕਿਹਾ ਜਾ ਸਕਦਾ ਸਰੀਰਕ ਤੌਰ 'ਤੇ ਬੁੱਢਾ ਹੋ ਗਿਆ। ਅਕਲ ਦੇ ਤਲ 'ਤੇ ਕੀ ਹੈ? ਅਜੇ ਵੀ ਦਵੈਸ਼ ਬਣਿਆ ਹੋਇਆ ਹੈ, ਅਜੇ ਵੀ ਵਾਸਨਾ ਦੇ ਖਿਆਲ ਬਣੇ ਹੋਏ ਨੇ, ਅਜੇ ਵੀ ਭਟਕਣ ਦੇ ਫੁਰਨੇ ਜੀਵਨ ਦੇ ਅੰਦਰ ਚੱਲਦੇ ਨੇ। ਇਸ ਕਰਕੇ ਬਾਬਾ ਫਰੀਦ ਸਾਹਿਬ ਜੀ ਆਖਦੇ ਸਹਿ ਕੋਹਾਂ ਥੀ ਓਮ, ਕਿ ਜੀਵਨ ਜਿਹੜਾ ਪ੍ਰਕਿਰਤੀ ਸਾਨੂੰ ਫਿਰ ਵੀ ਜਿਹੜਾ ਦੇਖੋ ਪ੍ਰਕਿਰਤੀ ਸਾਨੂੰ ਜ਼ਿੰਦਗੀ ਦੇ ਵਿੱਚ ਅਧਿਆਤਮਿਕਤਾ ਦੇ ਰੋਜ਼ ਨੇੜੇ ਲਿਆਉਂਦੀ ਹੈ, ਰੋਜ਼ ਨੇੜੇ ਲਿਆਉਂਦੀ। ਇਹਦੇ ਵਿੱਚ ਅਧਿਆਤਮਿਕ ਪੁਰਖਾਂ ਨੇ ਬੜੇ ਕਮਾਲ ਦੇ ਅਨੁਭਵ ਬਣਾਏ ਨੇ ਕਿ ਜਿਹੜੀ ਰੋਜ਼ਾਨਾ ਦੀ ਨੀਂਦ ਹੈ, ਉਸ ਤੋਂ ਬਾਅਦ ਬੰਦੇ ਦੇ ਸਾਰੇ ਖਿਆਲਾਂ ਨੂੰ ਫੁਰਨਿਆਂ ਨੂੰ ਵਿਸ਼ਰਾਮ ਲੱਗਦਾ ਹੈ। ਅਤੇ ਉਸ ਤੋਂ ਬਾਅਦ ਦੀ ਅਵਸਥਾ ਨੂੰ ਉਹਨਾਂ ਨੇ ਅੰਮ੍ਰਿਤ ਵੇਲਾ ਕਿਹਾ। ਅਸੀਂ ਜਾਗਣ ਤੋਂ ਬਾਅਦ ਨੂੰ ਜਿਵੇਂ ਰਾਤ ਵਿਰਾਮ ਕਰਦੇ ਹਾਂ, ਸੁਬਹਾ ਉੱਠਦੇ ਅੰਮ੍ਰਿਤ ਵੇਲਾ ਆਖਦੇ। ਤਾਂ ਉਹ ਕਹਿੰਦੇ ਕਿ ਇਹਦਾ ਭਾਵ, ਨੀਂਦ ਦਾ ਭਾਵ ਹੈ ਕਿ ਪ੍ਰਕਿਰਤੀ ਸਾਡੇ ਮਨ ਨੂੰ, ਸਾਡੀ ਬੁੱਧੀ ਨੂੰ, ਸਾਡੇ ਸਰੀਰ ਨੂੰ ਜਿਹੜਾ ਆਰਾਮ ਦੇ ਕੇ ਅਤੇ ਸਾਨੂੰ ਉਸ ਕੇਂਦਰ 'ਤੇ ਰੋਜ਼ਾਨਾ ਲਿਆਉਂਦੀ ਹੈ ਕਿ ਇੱਥੋਂ ਫਿਰ ਆਪਣੇ ਜੀਵਨ ਦਾ ਕੋਈ ਅਧਿਆਤਮਿਕ ਸਫ਼ਰ ਸ਼ੁਰੂ ਕਰ। ਪਰ ਕਹਿੰਦੇ ਅਸੀਂ ਨਹੀਂ ਕਰਦੇ। ਇਸ ਕਰਕੇ ਬਾਬਾ ਫਰੀਦ ਸਾਹਿਬ ਜੀ ਆਖਦੇ ਹਨ ਅੱਜ ਫਰੀਦਾ ਕੂਜੜਾ ਸਹਿ ਕੋਹਾਂ ਥੀਓਮ। ਇਕੱਲਾ ਘੜਾ ਨਹੀਂ ਦੂਰ ਰਹਿ ਗਿਆ, ਵਾਸਨਾ ਵੀ ਤੇਰੇ ਤੋਂ ਦੂਰ ਰਹਿ ਗਈ ਹੈ। ਅਤੇ ਹੁਣ ਜੇ ਵਾਸਨਾ ਦੇ ਕੇਂਦਰ ਤੇਰੇ ਤੋਂ ਦੂਰ ਰਹਿ ਗਏ ਨੇ, ਇਹਦਾ ਮਤਲਬ ਹੁਣ ਇਸ ਗੱਲ ਨੂੰ ਜਿਹੜਾ ਹੈ ਆਪਣੇ ਅੰਦਰੋਂ ਖ਼ਤਮ ਕਰ ਲੈ। ਅਸੀਂ ਪ੍ਰੇਰਣਾਤਮਕ ਇੱਕ ਕਹਾਣੀ ਪੜ੍ਹੀ ਹੈ ਨਾ, ਉਹ ਅੰਗੂਰ ਉਹਦੀ ਪਹੁੰਚ ਵਿੱਚ ਨਹੀਂ ਸਨ, ਤਾਂ ਉਹਨੇ ਬਾਅਦ ਦੇ ਵਿੱਚ ਲੂੰਬੜੀ ਨੇ ਕਿਹਾ ਕਿ ਅੰਗੂਰ ਖੱਟੇ ਹਨ। ਹੁਣ ਪਹੁੰਚ ਵਿੱਚ ਨਹੀਂ ਸਨ ਤਾਂ ਖੱਟੇ ਹੈ। ਹੁਣ ਇਸ ਕਰਕੇ ਇਹ ਨਹੀਂ ਕਿ ਜੇ ਵਿਕਾਰਾਂ ਤੱਕ ਪਹੁੰਚ ਨਹੀਂ ਹੈ ਤਾਂ ਖੱਟੇ ਹਨ, ਇਹ ਵੈਸੇ ਵੀ ਖੱਟੇ ਹਨ ਜੇ ਤੇਰੀ ਪਹੁੰਚ ਵਿੱਚ ਵੀ ਹੋਣ। ਕਿਉਂਕਿ ਬਾਣੀ 'ਚ ਵਾਕ ਆਉਂਦਾ ਨਿਮਖ ਕਾਮ ਸਵਾਦ ਕਾਰਨ ਕੋਟ ਦਿਨਸ ਦੁੱਖ ਪਾਵੇ। ਅਤੇ ਬਾਬਾ ਫਰੀਦ ਸਾਹਿਬ ਜੀ ਕਹਿੰਦੇ ਅੱਜ ਫਰੀਦਾ ਕੂਜੜਾ, ਇਹ ਜਿਹੜਾ ਵਾਸਨਾਵਾਂ ਦਾ ਕੇਂਦਰ ਹੈ ਇਹ ਬੜਾ ਦੂਰ ਪ੍ਰਤੀਤ ਹੋ ਰਿਹਾ ਹੈ ਅਤੇ ਤੈਨੂੰ ਆਪਣੇ ਜੀਵਨ ਦੀ ਹਾਲਤ ਸਮਝਣ ਦੇ ਲਈ ਇੱਕ ਘੜਾ ਵੀ ਸੰਕੇਤ ਕਰ ਰਿਹਾ। ਇਸ ਕਰਕੇ ਹਰ ਅਵਸਥਾ ਦਾ ਗਹਿਰਾ ਅਨੁਭਵ ਹੋਣਾ ਚਾਹੀਦਾ ਹੈ, ਪਰ ਇਹ ਅਸੀਂ ਕਮਾਉਂਦੇ ਨਹੀਂ। ਕਿਸੇ ਬਜ਼ੁਰਗ ਕੋਲੋਂ ਬੈਠ ਜਾਓ, ਮੈਂ ਕਈ ਵਾਰੀ ਤਲਾਕ ਹੁਣ ਤਾਂ ਛੱਡ ਦਿੱਤਾ, ਪਹਿਲਾਂ ਕਰਦਾ ਹੁੰਦਾ ਸਾਂ ਕਿ ਕੋਈ ਉੱਜਲ ਜਿਹਦੀ ਜ਼ਿੰਦਗੀ ਬਜ਼ੁਰਗੀ ਚਲੀ ਗਈ, ਉਹਦੇ ਕੋਲ ਬਹਿਣਾ, ਕੁਝ ਗੱਲ ਸੁਣਨੀ। 5-7 ਸਾਲਾਂ ਤੋਂ ਬਾਅਦ ਪਤਾ ਲੱਗ ਗਿਆ ਇਹਨਾਂ ਤੋਂ ਖਾਲੀ ਕੋਈ ਵੀ ਨਹੀਂ ਹੈ, ਇਹ ਖੋਖੇ ਹਨ ਨਿਰੇ, ਕੁਝ ਵੀ ਜ਼ਿਕਰ ਨਹੀਂ ਹੈ। ਆਪਣੀ ਜਵਾਨੀ ਦੇ ਜਿਹੜੇ ਮਾਰ ਕੇ ਉਹਨਾਂ ਦਾ ਜ਼ਿਕਰ ਕਰੀ ਜਾਣਗੇ ਜਾਂ ਹੋਰ ਕਿਸਮ ਦੀ ਚਿੰਤਨ ਕਰੀ ਜਾਣਗੇ। ਇਸ ਕਰਕੇ ਬਾਣੀ ਦੇ ਵਿੱਚ ਵਾਕ ਹੁੰਦਾ ਗੁਰਮੁਖ ਬੁੱਢੇ ਕਦੇ ਨਾ ਹੀ, ਕਿਉਂਕਿ ਉਹਨਾਂ ਦਾ ਅਨੁਭਵ ਰੋਜ਼ ਨਵਾਂ ਹੈ, ਉਹ ਬਾਣੀ ਦੇ ਨਾਲ ਰੋਜ਼ ਜੁੜੇ ਹੋਏ ਨੇ। ਇਸ ਕਰਕੇ ਬਾਬਾ ਫਰੀਦ ਸਾਹਿਬ ਜੀ ਕਹਿੰਦੇ ਸਹਿ ਕੋਹਾਂ ਥੀ ਓਮ। ਆਪਣੇ ਜੀਵਨ ਨੂੰ ਗਹਿਰਾ ਬਣਾਉਣ ਦੇ ਲਈ ਕਿਸੇ ਅਵਸਥਾ ਵਿੱਚ ਜੋੜਨਾ ਪੈਂਦਾ। ਹੁਣ ਕੁਦਰਤੀ ਹੈ, ਕਿਸੇ ਅਵਸਥਾ ਵਿੱਚ ਜੋੜਨਾ ਪੈਣਾ। ਇੱਕ ਪ੍ਰਮਾਣ ਆਪਦੇ ਸਨਮੁਖ ਰੱਖਦਿਆਂ, ਇੱਕ ਅਧਿਆਪਕ ਅਤੇ ਇੱਕ ਵਿਦਿਆਰਥੀ ਸਨ ਦੋਵੇਂ। ਜਿਹੜੀਆਂ ਚੀਜ਼ਾਂ ਉਹਦਾ ਵਿਦਿਆਰਥੀ ਵੀ ਅਧਿਆਪਕ ਲੱਗਾ ਹੋਇਆ ਸੀ ਅਤੇ ਉਸਤਾਦ ਵੀ ਕਿਤੇ ਸਿਖਾਉਂਦਾ ਸੀ, ਦੋਵੇਂ ਇੱਕ ਵਾਰੀ ਇਕੱਠੇ ਹੋਏ। ਵਿਦਿਆਰਥੀ ਕਹਿਣ ਲੱਗਾ ਜੀ ਜਿਹੜੀਆਂ ਗੱਲਾਂ ਮੈਂ ਪੜ੍ਹਾਉਂਦਾ ਹਾਂ, ਮੈਨੂੰ ਬੜਾ ਜ਼ੋਰ ਲਾਉਣਾ ਪੈਂਦਾ ਅਗਲਿਆਂ ਦੀ ਬੁੱਧੀ ਵਿੱਚ ਪਾਉਣ ਲਈ, ਬੜੀਆਂ ਦਲੀਲਾਂ, ਬੜੇ ਪ੍ਰਮਾਣ ਦੇਣੇ ਪੈਂਦੇ ਨੇ, ਫਿਰ ਜਾ ਕੇ ਮੇਰੀ ਗੱਲ ਕੋਈ ਸਮਝਦਾ ਹੈ ਮਾੜੀ ਮੋਟੀ। ਮੈਂ ਦੇਖਿਆ ਉਹ ਗੱਲਾਂ ਤੁਸੀਂ ਸਾਰੀਆਂ ਬੜੇ ਆਰਾਮ ਨਾਲ ਲੋਕਾਂ ਨੂੰ ਸਮਝਾ ਲੈਂਦੇ ਹੋ, ਤੁਹਾਡੇ ਮੇਰੇ 'ਚ ਫ਼ਰਕ ਕੀ ਹੈ? ਪੜ੍ਹਿਆ ਮੈਂ ਵੀ ਤੁਹਾਡੇ ਕੋਲ ਹਾਂ। ਉਹਦੇ ਅਧਿਆਪਕ ਨੇ ਉਹਨੂੰ ਜਵਾਬ ਦਿੱਤਾ ਕਿ ਤੂੰ ਅਜੇ ਅਧਿਆਪਕ ਹੈ, ਮੈਂ ਉਸਤਾਦ ਹਾਂ। ਅਸੀਂ ਉਸਤਾਦ ਸ਼ਬਦ ਦੇ ਅੱਜ ਵਰਤੋਂ ਕਈ ਹਲਕੀ ਜਿਹੀ ਕਰਨ ਲੱਗ ਪਏ। ਕਹਿਣ ਲੱਗਾ ਤੂੰ ਅਜੇ ਕੇਵਲ ਚੀਜ਼ ਦੀ ਜਾਣਕਾਰੀ ਰੱਖਦਾ, ਤੈਨੂੰ ਪਤਾ ਉਹ ਚੀਜ਼ ਕੀ ਹੈ, ਪਰ ਉਹ ਚੀਜ਼ ਨੂੰ ਕਹਿੰਦਾ ਪੂਰੀ ਤਰ੍ਹਾਂ ਕਿਸੇ ਚੀਜ਼ ਵਿੱਚ ਢਾਲ ਕੇ ਉਹਦੇ ਅਗਲੇ ਰੂਪ 'ਚ ਕਿਵੇਂ ਪਹੁੰਚਾਉਣਾ ਹੈ, ਇਹਦੇ ਢੰਗ ਜੇ ਤੇਰੇ ਕੋਲ ਨਹੀਂ ਆਏ। ਇਹ ਜਦੋਂ ਚੱਲਦਾ ਜਾਏਗਾ, ਰੋਜ਼ ਰੋਜ਼ ਇਹ ਕਰਮ ਕਰੇਗਾ। ਕਹਿੰਦਾ ਹੁਣ ਮੈਂ ਸਾਰੀ ਜ਼ਿੰਦਗੀ ਦੇ ਵਿੱਚੋਂ ਲੰਘ ਕੇ ਆਇਆ, ਹੁਣ ਮੈਨੂੰ ਪਛਾਣ ਹੋ ਗਈ ਹੈ ਕਿ ਬੰਦੇ ਦੀ ਅਵਸਥਾ ਕਿਵੇਂ ਹੈ ਅਤੇ ਉਹਦੀ ਬੁੱਧੀ ਕਿਵੇਂ ਦੀ ਹੈ, ਉਹਦੀ ਸਮਝ ਕਿਵੇਂ ਦੀ ਹੈ, ਅਤੇ ਉਹਦੀ ਸਮਝ ਦੇ ਵਿੱਚ ਇਹ ਗੱਲ
ਕਿਵੇਂ ਪਾਉਣੀ ਹੈ, ਇਸ ਗੱਲ ਨੂੰ ਜਾਣਨ ਕਰਕੇ। ਇਸ ਕਰਕੇ ਜੀਵਨ ਦੀ ਜਿਹੜੀ ਅਵਸਥਾ ਉਹਦੀ ਗਹਿਰੀ ਸਮਝ ਹੋਣੀ ਚਾਹੀਦੀ ਹੈ। ਬਾਬਾ ਫਰੀਦ ਸਾਹਿਬ ਜੀ ਬਖਸ਼ਿਸ਼ ਕਰਦੇ ਹਨ, ਫਰੀਦਾ ਰਾਤੀ ਵੱਡੀਆਂ ਧੁੱਖ ਧੁੱਖ ਉੱਠਣ ਪਾਸ। ਸਿਆਲ ਦੇ ਵਿੱਚ ਰਾਤਾਂ ਬੜੀਆਂ ਲੰਬੀਆਂ ਹੁੰਦੀਆਂ ਨੇ, ਅਤੇ ਬਾਬਾ ਫਰੀਦ ਸਾਹਿਬ ਜੀ ਆਖਦੇ ਨੇ ਕਿ ਜੇ ਕਈ ਸਿਆਲ ਦੇ ਵਿੱਚ ਸੁੱਤੇ ਹੋਏ ਰਾਤ ਦਿਨ ਚੜ੍ਹਨ 'ਚ ਆਉਂਦਾ ਨਹੀਂ, ਛੇਤੀ ਲੱਗਦਾ, ਅਤੇ ਆਖਦੇ ਹਨ ਕਿ ਸਾਡੇ ਤਾਂ ਸੁੱਤੇ ਸੁੱਤੇ ਪਿਆਂ ਜਿਹੜੇ ਹਨ ਪਾਸੇ ਧੁਖਣ ਲੱਗ ਪਏ ਹਨ। ਤਾਂ ਬਾਬਾ ਫਰੀਦ ਸਾਹਿਬ ਜੀ ਆਖਦੇ, ਧਿੱਗ ਤਿਨਾਂ ਦਾ ਜੀਵਿਆ ਜਿਨ੍ਹਾਂ ਵਿਡਾਣੀ ਆਸ। ਜਿਨ੍ਹਾਂ ਨੇ ਲੰਬੀ ਰਾਤ ਕਰਕੇ ਨੀਂਦ ਪੂਰੀ ਹੋ ਗਈ, ਜਾਗ ਆ ਗਈ, ਅਤੇ ਫਿਰ ਵੀ ਮੰਜਾ ਨਹੀਂ ਛੱਡਿਆ, ਅਤੇ ਅੱਗੋਂ ਕਹਿ ਦਿੱਤਾ ਕਿ ਰਾਤਾਂ ਹੀ ਬੜੀਆਂ ਲੰਬੀਆਂ ਨੇ, ਮੇਰੇ ਪਾਸੇ ਦੁਖਣ ਲੱਗ ਪਏ ਨੇ। ਇਸ ਕਰਮ ਨੂੰ ਭਗਤੀ ਦੇ ਕਰਮ ਵੱਲ ਨਹੀਂ ਲਗਾਇਆ, ਅਤੇ ਹੋਰ ਹੀ ਆਪਣੇ ਜੀਵਨ ਦੀ ਆਸ ਬਣਾ ਕੇ ਰੱਖਦੇ ਰਹੇ। ਤਾਂ ਬਾਬਾ ਫਰੀਦ ਸਾਹਿਬ ਜੀ ਆਖਦੇ, ਧਿੱਗ ਤਿਨਾਂ ਦਾ ਜੀਵਿਆ, ਉਹਨਾਂ ਦਾ ਜੀਵਨ ਲਾਹਨਤ ਹੈ ਜਿਹੜੇ ਦੂਜੇ ਦੀ ਆਸ 'ਤੇ ਪਰਾਈ ਆਸ 'ਤੇ ਜੀਵਨ ਬਤੀਤ ਕਰਨ। ਇਹਦੇ ਭਾਵ ਦੋ ਤਿੰਨ ਆਪਦੇ ਸਨਮੁਖ ਅਰਜ਼ ਕਰਦਿਆਂ ਬਾਬਾ ਫਰੀਦ ਸਾਹਿਬ ਜੀ ਦੇ ਪਾਸ ਇੱਕ ਖਾਣ ਆਇਆ, ਉਹਦਾ ਨਾਮ ਸੀ ਜੱਸਾ। ਉਹ ਕਿਤੋਂ ਵਿਚਾਰਾ ਆਇਆ ਸੀ, ਉਹਨੂੰ ਭੋਜਨ ਨਹੀਂ ਸੀ ਮਿਲਿਆ। ਬਾਬਾ ਫਰੀਦ ਸਾਹਿਬ ਜੀ ਦੇ ਪਾਸ ਆ ਗਿਆ, ਅਤੇ ਬਾਬਾ ਫਰੀਦ ਸਾਹਿਬ ਜੀ ਦੇ ਘਰ ਖਾਣ ਪੀਣ ਲਈ ਕੁਝ ਹੈ ਨਹੀਂ ਸੀ, ਕੁਦਰਤੀ ਕੁਝ ਨਹੀਂ ਸੀ, ਇਸ ਕਰਕੇ ਉਹਦੀ ਭੋਜਨ ਪਾਣੀ ਦੀ ਸੇਵਾ ਵੀ ਨਾ ਕਰ ਸਕੇ। ਕੋਈ ਮੋਟਾ ਕੰਬਲ ਆਦਿਕ ਵੀ ਨਹੀਂ ਸੀ ਜਿਹਦੇ ਨਾਲ ਰਾਤ ਸਰਦੀ ਤੋਂ ਬਚਾ ਕਰ ਸਕਦੇ। ਸਾਰੀ ਰਾਤ ਫਿਰ ਕੋਈ ਗੱਲਬਾਤ ਨਾ ਹੋਈ, ਬਾਬਾ ਫਰੀਦ ਸਾਹਿਬ ਜੀ ਆਪਣੀ ਅਵਸਥਾ ਦੇ ਵਿੱਚ ਗੁੰਮ ਰਹੇ। ਤਾਂ ਫਿਰ ਕਹਿੰਦੇ ਸਵੇਰ ਉੱਠ ਕੇ ਜਦੋਂ ਸਵੇਰੇ ਜੱਸਾ ਤਰਖਾਣ ਚੱਲਣ ਲੱਗਾ, ਅਤੇ ਬਾਬਾ ਫਰੀਦ ਸਾਹਿਬ ਜੀ ਨੂੰ ਕਹਿਣ ਲੱਗਾ ਕਿ ਮੈਨੂੰ ਤਾਂ ਤੁਹਾਡੇ ਤੋਂ ਕੁਝ ਨਹੀਂ ਮਿਲਿਆ, ਨਾ ਭੋਜਨ ਮਿਲਿਆ, ਨਾ ਰਾਤ ਨੂੰ ਚੰਗੀ ਤਰ੍ਹਾਂ ਵਿਰਾਮ ਹੀ ਕਰ ਸਕਿਆ, ਨਾ ਢਿੱਡ ਦੀ ਅੱਗ ਬੁਝੀ, ਨਾ ਨੇਤਰਾਂ ਦੀ ਜਿਹੜੀ ਨੀਂਦਰ ਪੂਰੀ ਹੋਈ, ਮੈਂ ਤਾਂ ਖਾਲੀ ਰਹਿ ਗਿਆ। ਇਸ ਕਰਕੇ ਕਹਿਣ ਲੱਗੇ ਤੁਹਾਡੇ ਕੋਲ ਆਉਣ ਦਾ ਫਾਇਦਾ ਕੀ, ਕਿਸੇ ਹੋਰ ਕੋਲੋਂ ਠਹਿਰ ਜਾਂਦਾ ਅਤੇ ਮੇਰਾ ਘੱਟੋ ਘੱਟ ਇਹ ਚੀਜ਼ਾਂ ਦੀ ਤਾਂ ਪੂਰੀ ਹੋ ਜਾਂਦੀ। ਅਤੇ ਬਾਬਾ ਫਰੀਦ ਸਾਹਿਬ ਜੀ ਉਹਦੀ ਇਹ ਗੱਲ ਸੁਣ ਕੇ ਆਖਦੇ ਹਨ, ਧਿੱਗ ਤਿਨਾਂ ਦਾ ਜੀਵਿਆ ਜਿਨ੍ਹਾਂ ਵਿਡਾਣੀ ਆਸ। ਕਿਹੜੇ ਦੂਜੇ ਦੀ ਆਸ 'ਤੇ ਜੀਵਨ ਨੂੰ ਆਧਾਰਿਤ ਰੱਖ ਕੇ ਚੱਲ ਰਹੇ ਹਨ, ਜਿਹੜੇ ਦੂਜੇ ਦੇ ਆਧਾਰ 'ਤੇ ਚੱਲ ਰਹੇ ਨੇ, ਕਹਿੰਦੇ ਉਹਨਾਂ ਦਾ ਜੀਵਨ ਤ੍ਰਿਗ ਹੈ। ਬਾਣੀ 'ਚ ਵਾਕ ਪੜ੍ਹਦੇ ਮਨੁੱਖ ਕੀ ਟੇਕ ਬਿਰਥੀ ਸਭ ਜਾਨ। ਬਾਬਾ ਫਰੀਦ ਸਾਹਿਬ ਜੀ ਕਹਿੰਦੇ ਰਾਤੀ ਵੱਡੀਆਂ, ਜੀਵਨ ਦੀਆਂ ਹੁਣ ਜਿਹੜੀ ਰਾਤ ਹੈ ਇਹ ਬੜੀ ਵੱਡੀ ਹੈ। ਕਿੰਨੇ ਜ਼ਿਆਦਾ ਹੁਣ ਦੇਖੋ, ਅਸੀਂ ਕਦੇ ਦੇਖਣਾ ਜਿਹੜੀਆਂ ਅੱਜ ਤੋਂ 20 ਸਾਲ ਪਹਿਲੀਆਂ ਇਛਾਵਾਂ ਸਨ, ਜੇ ਉਹ ਅੱਜ ਪੂਰੀਆਂ ਹੋ ਗਈਆਂ ਨੇ, ਅਤੇ ਉਹਨਾਂ ਦੀ ਜਗ੍ਹਾ ਅਗਲੀਆਂ 20 ਇਛਾਵਾਂ ਨੇ ਲੈ ਲਈ ਹੈ। ਬਾਬਾ ਫਰੀਦ ਸਾਹਿਬ ਜੀ ਕਹਿੰਦੇ ਰਾਤ ਵਾਂਗ ਜੀਵਨ ਦੀਆਂ ਇਛਾਵਾਂ ਵਾਸਨਾਵਾਂ ਬੜੀਆਂ ਵੱਡੀਆਂ ਨੇ, ਪਾਸੇ ਮਾਰ ਮਾਰ ਕੇ ਪੂਰੀਆਂ ਵੀ ਕਰੀ ਜਾ ਰਹੇ ਹਨ, ਪਰ ਫਿਰ ਅੱਗੇ ਅੱਗੇ ਵਧਦੀਆਂ ਜਾ ਰਹੀਆਂ ਹਨ। ਅਤੇ ਇਸ ਤਰ੍ਹਾਂ ਦੀਆਂ ਇਛਾਵਾਂ ਨੇ ਆਸ ਵੀ ਮਨੁੱਖਾਂ 'ਤੇ ਲਾਈ ਹੋਈ ਹੈ, ਸਿਰਜਣਹਾਰ ਨੂੰ ਛੱਡ ਕੇ। ਇਸ ਕਰਕੇ ਇਸ ਤਰ੍ਹਾਂ ਦੀਆਂ ਜਿਹੜੀਆਂ ਆਸਾਵਾਂ ਨੇ, ਇਹੋ ਜਿਹਿਆਂ ਨੂੰ ਰੱਖਣ ਵਾਲਿਆਂ ਦੇ ਜੀਵਨ 'ਤੇ ਲਾਹਨਤ ਹੈ ਜਿਨ੍ਹਾਂ ਵਿਡਾਣੀ ਆਸ। ਕਿ ਆਪਣੇ ਜੀਵਨ ਦੀਆਂ ਵਾਸਨਾਵਾਂ ਨੂੰ ਰੋਕ ਨਹੀਂ ਲਾ ਰਹੇ, ਸਗੋਂ ਅੱਗੇ ਅੱਗੇ ਵਧਾਉਂਦੇ ਚਲੇ ਜਾ ਰਹੇ ਹਨ, ਅਤੇ ਸਮਝਦੇ ਕਿ ਅਸੀਂ ਬੜਾ ਵੱਡਾ ਜੀਵਨ ਜਿਉ ਰਹੇ ਹਾਂ। ਬਾਬਾ ਫਰੀਦ ਸਾਹਿਬ ਜੀ ਦਾ ਭਾਵ ਇੱਕ ਪ੍ਰਮਾਣ ਆਪਦੇ ਸਨਮੁਖ ਅਰਜ਼ ਕਰਦਿਆਂ, ਜਿਨ੍ਹਾਂ ਵਿਡਾਣੀ ਆਸ, ਕਿ ਜਿਨ੍ਹਾਂ ਦੇ ਜੀਵਨ ਦੇ ਵਿੱਚ ਵਿਸ਼ਵਾਸ ਭਾਵ ਹੁੰਦਾ ਹੈ, ਉਹ ਦੂਜੇ ਦੀ ਓਟ ਦੇ ਵਿੱਚ ਨਹੀਂ ਰਹਿੰਦੇ। ਬੀਬੀ ਰਾਬੀਆ ਅਲ ਬਸਰੀ ਦੇ ਜੀਵਨ ਦੀ ਘਟਨਾ ਹੈ। ਇੱਕ ਦਫਾ ਉਹਨਾਂ ਨੇ ਭੋਜਨ ਕਰਨਾ ਸੀ, ਤਾਂ ਉਹਨਾਂ ਦੇ ਘਰ ਦੇ ਵਿੱਚ ਜਿਹੜਾ ਸੀ ਪਿਆਜ਼ ਆਦਿਕ ਨਹੀਂ ਸੀ। ਉਹਨਾਂ ਦੀ ਨੌਕਰ ਜਦੋਂ ਭੋਜਨ ਬਣਾਉਣ ਲੱਗੀ, ਕਹਿਣ ਲੱਗੀ ਪਿਆਜ਼ ਨਹੀਂ ਹੈ, ਮੈਂ ਗੁਆਂਢੀਆਂ ਘਰੋਂ ਲੈ ਆਉਂਦੀ। ਤਾਂ ਬੀਬੀ ਰਾਬੀਆ ਅਲ ਬਸਰੀ ਕਹਿਣ ਲੱਗੇ ਕਿ ਮੈਂ ਤਾਂ ਅਹਿਦ ਕੀਤਾ ਹੋਇਆ ਹੈ ਕਿ ਕਿਸੇ ਦੇ ਕੋਲੋਂ ਕੁਝ ਮੰਗਣਾ ਨਹੀਂ। ਤਾਂ ਕਹਿਣ ਲੱਗੇ ਕਿ ਪਰ ਚਲੋ ਉਹ ਚਲੀ ਗਈ। ਅਜੇ ਉਹ ਗਈ ਉੱਧਰੋਂ ਮੰਗਣ ਕਿਸੇ ਗੁਆਂਢੀ ਦੇ ਘਰੋਂ, ਬਿਨਾਂ ਪੁੱਛਿਆ, ਬਿਨਾਂ ਉਹਨਾਂ ਦੀ ਆਗਿਆ ਮੰਨਿਆ। ਕੋਈ ਕਹਿੰਦੇ ਜਾਂ ਪੰਛੀ ਜਿਹੜਾ ਸੀ ਆਪਣੀ ਚੁੰਝ ਦੇ ਵਿੱਚ ਛਿੱਲਿਆ ਹੋਇਆ ਪਿਆਜ਼ ਉਹਨਾਂ ਦੀ ਹਾਂਡੀ ਵਿੱਚ ਸੁੱਟ ਗਿਆ, ਅਤੇ ਬੀਬੀ ਰਾਬੀਆ ਅਲ ਬਸਰੀ ਨੇ ਉਹ ਪਿਆਜ਼ ਦੇ ਨਾਲ ਭੋਜਨ ਤਿਆਰ ਹੋਣ ਦੇ ਬਾਵਜੂਦ ਵੀ ਭੋਜਨ ਨਹੀਂ ਕੀਤਾ, ਕਿਉਂਕਿ ਉਹਨੂੰ ਪਤਾ ਹੈ, ਉਹਨਾਂ ਕਿਹਾ ਕਿ ਇਹ ਸ਼ੈਤਾਨ ਦਾ ਕਾਰਨਾਮਾ ਹੈ, ਕਿਉਂਕਿ ਮੈਂ ਅੱਲਾ ਤੋਂ ਇਲਾਵਾ ਕਿਸੇ ਦੇ ਪ੍ਰਤੀ ਆਪਣੀ ਭਾਵ ਨਹੀਂ ਰੱਖਿਆ। ਅਤੇ ਜਿਹੜਾ ਭਾਵ ਤੂੰ ਅਰਜ਼ ਕਰ ਦਿੱਤਾ ਸੀ ਕਿ ਗਵਾਂਢੀ ਘਰੋਂ ਮੰਗ ਲਿਆਵਾਂ, ਇਹਨੂੰ ਸ਼ੈਤਾਨ ਨੇ ਨੋਟ ਕਰਕੇ ਇੱਕ ਪੰਛੀ ਹੱਥੋਂ ਇਹ ਕਰਮ ਕਰਵਾ ਦਿੱਤਾ। ਇਸ ਕਰਕੇ ਭੋਜਨ ਨਹੀਂ ਗ੍ਰਹਿਣ ਕਰਾਂਗੀ, ਉਸੇ ਤਰ੍ਹਾਂ ਹੀ ਰਹਾਂਗੀ। ਉਂਝ ਹੀ ਉਹਨਾਂ ਭੋਜਨ ਖਾਧਾ ਬਿਨਾਂ ਸਬਜ਼ੀ। ਅਤੇ ਇਸ ਕਰਕੇ ਬਾਬਾ ਫਰੀਦ ਸਾਹਿਬ ਜੀ ਆਖਦੇ ਜਿਨ੍ਹਾਂ ਵਿਡਾਣੀ ਆਸ। ਕਹਿੰਦੇ ਇੱਕ ਹੋਰ ਪ੍ਰਮਾਣ ਆਪਦੇ ਸਨਮੁਖ ਰੱਖਦਿਆਂ ਕਿ ਕਿਸੇ ਫਕੀਰ ਦੇ ਜੀਵਨ ਦੇ ਵਿੱਚ ਕੋਈ ਲੋੜ ਪੈਦਾ ਹੋ ਗਈ, ਕੋਈ ਬਸਤਰ ਫਟ ਗਏ, ਬਸਤਰ ਚਾਹੁੰਦਾ, ਲੋੜ ਪੈਦਾ ਹੋ ਗਈ। ਉਸ ਬਾਜ਼ਾਰ ਵਿੱਚ ਚਲਿਆ ਗਿਆ, ਜਿੱਥੇ ਜਾ ਕੇ ਬਸਤਰਾਂ ਦੇ ਬੜੀਆਂ ਦੁਕਾਨਾਂ ਸਨ। ਹਰੇਕ ਦੁਕਾਨ ਦੇ ਅੱਗੇ ਖਲੋਈ ਗਿਆ, ਸਾਰੀਆਂ ਦੁਕਾਨਾਂ ਅੱਗੇ ਖਲੋ ਗਿਆ, ਵਾਪਸ ਆ ਗਿਆ। ਅਤੇ ਬਾਅਦ 'ਚ ਆ ਕੇ ਕਿਸੇ ਨਾਲ ਜ਼ਿਕਰ ਕੀਤਾ
कि मैं ਇੰਨੀਆਂ ਦੁਕਾਨਾਂ ਵਾਲਿਆਂ ਦੇ ਅੱਗੇ ਖਲੋਤਾ ਰਿਹਾ, ਕਿਸੇ ਨੇ ਮੇਰੇ ਫਟੇ ਵਸਤਰ ਪਛਾਣ ਕੇ ਮੈਨੂੰ ਨਵਾਂ ਵਸਤਰ ਦੇਣ ਦਾ ਯਤਨ ਨਹੀਂ ਕੀਤਾ। ਅਤੇ ਉਸ ਨੇ ਅੱਗੋਂ ਬੜਾ ਸੁੰਦਰ ਜਵਾਬ ਦਿੱਤਾ, ਕਹਿੰਦਾ ਇੱਕ ਹੈ ਅੱਲਾਹ ਤਾਲਾ ਸਿਰਜਣਹਾਰ, ਜਿਹੜਾ ਸਾਰਿਆਂ ਦੇ ਨੰਗੇਜ ਨੂੰ ਕੱਜਦਾ ਹੈ, ਉਹ ਵੀ ਕੋਈ ਬਿਨਾਂ ਕੀਮਤ ਲਿਆ। ਸਾਡੇ ਜੀਵਨ ਦੇ ਮੰਦ ਕਰਮਾਂ ਨੂੰ ਅਤੇ ਸਾਡੇ ਜੀਵਨ ਦੇ ਅੰਦਰੂਲੀ ਭਾਵ ਨੂੰ ਚਮੜੇ ਦਾ ਕੀਮਤੀ ਕੱਪੜਾ ਪਾ ਕੇ ਕੱਜਦਾ ਹੈ। ਅਤੇ ਅਸੀਂ ਕਹਿੰਦਾ ਉਹਦੇ ਕੋਲ ਆ ਚਮੜੇ ਦਾ ਕੱਪੜਾ ਮੰਗ ਕੇ ਨਹੀਂ ਲਿਆ ਜਾਂ ਕਦੀ ਆਸ ਨਹੀਂ ਕੀਤੀ। ਇਸ ਕਰਕੇ ਜਿਹੜਾ ਸਾਰੇ ਜਗਤ ਦਾ ਕੱਜਣਹਾਰ ਹੈ, ਤੂੰ ਉਹਦੀ ਆਸ ਨੂੰ ਛੱਡ ਕੇ ਜਾਂ ਉਹਦੇ ਤੋਂ ਮੰਗਣਾ ਛੱਡ ਕੇ, ਜਿਹੜੇ ਕੇਵਲ ਕੁਝ ਮਨੁੱਖਾਂ ਨੂੰ ਕੱਜ ਸਕਦੇ ਹਨ, ਉਹ ਵੀ ਪੈਸਾ ਲੈ ਕੇ ਉਹਨਾਂ ਦੀ ਆਸ ਵਿੱਚ ਰਿਹਾ ਹੈ। ਅਤੇ ਝੂਠੀ ਆਸ ਕਦੋਂ ਪੂਰੀ ਹੋਈ ਹੈ? ਸੱਚੀ ਹੀ ਪੂਰੀ ਹੋਣੀ ਸੀ। ਜਿਹੜਾ ਅਸਲ ਕੱਜਣਹਾਰ ਹੈ, ਜੇ ਉਹਨੂੰ ਆਪਣਾ ਨੰਗ ਦਿਖਾਲਦਾ, ਫਿਰ ਉਹ ਤੇਰਾ ਨੰਗ ਕੱਜਦਾ ਦੁਨੀਆ ਨੂੰ ਦਿਖਾ ਰਿਹਾ, ਅਤੇ ਦੁਨੀਆ ਕੋਲ ਤਾਂ ਆਪਣੇ ਨੰਗ ਨਹੀਂ ਟੱਕੇ ਜਾ ਰਹੇ। ਇਸ ਕਰਕੇ ਤੂੰ ਖੁਆਰ ਕੀਤਾ ਹੈ ਆਪਣੇ ਆਪ ਨੂੰ। ਤਾਂ ਬਾਬਾ ਫਰੀਦ ਸਾਹਿਬ ਜੀ ਆਖਦੇ, ਜਿਨ੍ਹਾਂ ਵਿਡਾਣੀ ਆਸ, ਜਿਹੜੇ ਹੋਰ ਆਸ ਦੇ ਉੱਪਰ ਕੇਂਦਰਿਤ ਹਨ, ਸਿਰਜਣਹਾਰ ਨੂੰ ਛੱਡ ਕੇ ਕਿਸੇ ਦੂਜੀਆਂ ਆਸਾਂ ਦੇ ਉੱਪਰ ਕੇਂਦਰਿਤ ਹਨ। ਬਾਬਾ ਫਰੀਦ ਸਾਹਿਬ ਜੀ ਕਹਿੰਦੇ ਉਹਨਾਂ ਦਾ ਜੀਵਨ ਤ੍ਰਿਗਾਕਾਰ ਹੈ, ਕਿਉਂਕਿ ਵੱਡੀ ਆਸ ਪਾਲ ਕੇ ਜਿਹੜਾ ਹੈ ਮਾਲਕ ਦੇ ਸ਼ੁਕਰਾਨੇ ਨੂੰ ਜਾਂ ਉਹਦੀ ਮਿਹਰ ਨੂੰ, ਜਾਂ ਉਹ ਮਿਹਰ ਨਹੀਂ ਵੀ ਪੂਰੀ ਹੋ ਰਹੀ ਅਤੇ ਉਹਦੇ ਅਨੁਭਵ ਨੂੰ ਮਾਣਨ ਦਾ ਯਤਨ ਨਹੀਂ ਕਰ ਰਿਹਾ। ਇਸ ਪ੍ਰਕਾਰ ਬਾਬਾ ਫਰੀਦ ਸਾਹਿਬ ਜੀ 3 ਸ਼ਲੋਕਾਂ ਦੁਆਰਾ ਉਪਦੇਸ਼ ਬਖਸ਼ਿਸ਼ ਕਰਦੇ ਹਨ ਕਿ ਜੀਵਨ ਦੇ ਵਿੱਚ ਅਧਿਆਤਮਿਕ ਸਾਧਨਾ ਦੇ ਲਈ ਕਿਸੇ ਤਰ੍ਹਾਂ ਦੀ ਬਾਰੀ ਭਟਕਣ ਦੀ ਕੋਈ ਲੋੜ ਨਹੀਂ ਹੈ। ਇੱਕ ਜਗ੍ਹਾ ਥਿਰ ਹੋ ਕੇ ਸ਼ਬਦ ਦੇ ਗਿਆਨ ਦੇ ਅਭਿਆਸ ਨਾਲ ਆਪਣੇ ਜੀਵਨ ਦਾ ਅਧਿਆਤਮਿਕ ਅਨੁਭਵ ਮਾਣੋ। ਅਤੇ ਜੀਵਨ ਦੇ ਵਿੱਚ ਜਦੋਂ ਬਿਰਧ ਅਵਸਥਾ ਆ ਜਾਂਦੀ ਹੈ, ਉਹਦਾ ਝੋਰਾ ਜਾਂ ਰੋਸ ਪੈਦਾ ਕਰਨ ਦੀ ਬਜਾਏ ਉਹਨੂੰ ਕਿਸੇ ਠੀਕ ਸਾਧਨਾ ਵੱਲ ਲਿਜਾ ਕੇ ਅਤੇ ਪਵਿੱਤਰ ਬਣਾਉਣਾ ਚਾਹੀਦਾ ਹੈ। ਅਤੇ ਜੀਵਨ ਦੇ ਵਿੱਚ ਵਿਕਾਰਾਂ ਅਤੇ ਇੱਛਾਵਾਂ ਦੀ ਭਟਕਣ ਛੱਡ ਕੇ, ਕਿਉਂਕਿ ਇੱਛਾਵਾਂ ਹੀ ਆਸ ਲਾਉਂਦੀਆਂ ਨੇ, ਕਿਸੇ 'ਤੇ ਇੱਛਾ ਪੈਦਾ ਹੋਵੇ ਤਾਂ ਹੀ ਆਸ ਲਾਉਣੀ ਪੈਂਦੀ ਹੈ। ਅਤੇ ਜਿਹੜੀਆਂ ਇੱਛਾਵਾਂ ਨੇ, ਵਾਸਨਾਵਾਂ, ਉਹਨਾਂ ਦੇ ਖਿਆਲ ਛੱਡ ਕੇ ਇੱਕੋ ਅਕਾਲ ਪੁਰਖ ਦੇ ਧਿਆਨ ਵਿੱਚ, ਚਿੰਤਨ ਵਿੱਚ, ਉਹਦੇ ਭਰੋਸੇ ਵਿੱਚ ਰਹਿ ਕੇ ਜੀਵਨ ਗੁਜ਼ਾਰਨਾ ਚਾਹੀਦਾ ਹੈ। ਫਿਰ ਸਾਡੇ ਜੀਵਨ ਦੀ ਸਾਰਥਿਕਤਾ ਹੈ। ਬਾਬਾ ਫਰੀਦ ਸਾਹਿਬ ਜੀ ਕਿਰਪਾ ਕਰਨ, ਸ਼ਲੋਕਾਂ ਦਾ ਭਾਵ ਉਪਦੇਸ਼ ਸਾਰਿਆਂ ਦੇ ਹਿਰਦਿਆਂ ਅੰਦਰ ਵਸ ਜਾਏ ਜੀ। ਸਾਰਿਆਂ ਦਾ ਇੱਥੇ ਆਇਆ ਸਫਲਾ ਹੋਵੇ। ਆਪ ਜੀ ਦੇ ਸਨਮੁਖ ਪਾਵਨ ਸ਼ਲੋਕਾਂ ਦੀ ਲੜੀਵਾਰ ਵਿਆਖਿਆ ਦੀ ਸਾਂਝ ਪਾਉਂਦਿਆਂ ਹੋਈਆਂ ਬੇਅੰਤ ਭੁੱਲਾਂ ਦੀ ਖਿਮਾ ਜਾਚਨਾ ਜੀ। ਬੜੇ ਅਦਬ ਸਹਿਤ ਗੱਜ ਕੇ ਫਤਿਹ ਅਰਜ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।